ਪ੍ਰਾਈਮ ਟਾਕ 'ਚ ਸਾਰਿਆਂ ਦਾ ਸਵਾਗਤ ਹੈ। ਅਸੀਂ ਵੱਖ-ਵੱਖ ਟਾਈਮ ਤੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਦੇ ਰਹਿੰਦੇ ਹਾਂ। ਅਸੀਂ ਅੱਜ ਬੈਠੇ ਹਾਂ ਕਲਸੀ ਸਾਹਿਬ ਨਾਲ, ਜਿਹੜੇ ਕਿ ਬਿਜ਼ਨਸ ਸੋਲੂਸ਼ਨਸ ਤੋਂ ਤਾਲੁਕ ਰੱਖਦੇ ਔਰ ਜਿਹੜਾ ਬਿਜ਼ਨਸ ਸੋਲੂਸ਼ਨ ਉਹ ਡੈਟ ਦੀਆਂ ਸਰਵਿਸਿਜ਼ ਦਿੰਦਾ ਹੈ ਪੂਰੇ ਕੈਨੇਡਾ ਵਾਈਡ। ਲੇਕਿਨ ਮਿਸਟਰ ਕਲਸੀ ਵੱਖ-ਵੱਖ ਮੁੱਦਿਆਂ ਤੇ ਵੱਖ-ਵੱਖ ਆਪਣੀ ਰਾਏ ਰੱਖਦੇ ਔਰ ਬਹੁਤ ਹੀ ਇੰਪੋਰਟੈਂਟ ਟਿਪਸ ਦਿੰਦੇ ਕਮਿਊਨਿਟੀ ਨੂੰ, ਜਿਹੜੀਆਂ ਕਿ ਹੈਲਪਫੁਲ ਹੁੰਦੀ ਹੈ। ਹੁਣ ਸਾਡਾ ਪਰਪਸ ਪ੍ਰੋਗਰਾਮ ਕਰਨ ਦਾ ਹੈ ਕਿ ਸਾਨੂੰ ਵੀ ਬਹੁਤ ਕੰਪਲੇਂਟਸ ਆਈਆਂ ਜਿੱਥੇ ਕਿ ਲੈਂਡਲੋਰਡ ਟੈਨੈਂਟ ਦਾ ਡਿਸਪਿਊਟ ਚੱਲਦਾ ਹੈ। ਜਿੱਥੇ ਬੋਰਡ ਬਣਾਇਆ ਗਿਆ LTB ਲੈਂਡਲੋਰਡ ਟੈਨੈਂਟ ਬੋਰਡ, ਉੱਥੇ ਟੈਨੈਂਟਸ ਦੀ ਬਹੁਤ ਹੀ ਕੰਪਲੇਂਟ ਸੁਣੀਆਂ ਜਾਂਦੀਆਂ ਜਾਂ ਉਹਨਾਂ ਦੇ ਫੇਵਰ 'ਚ ਹੀ ਗੱਲਬਾਤ ਕੀਤੀ ਜਾਂਦੀ ਹੈ। ਲੇਕਿਨ ਜਦ ਸਾਨੂੰ ਵੀ ਬਹੁਤ ਸਾਰੇ ਲੈਂਡਲੋਰਡਸ ਨੇ ਅਪਰੋਚ ਕੀਤਾ ਔਰ ਸਾਡਾ ਫਰਜ਼ ਬਣਦਾ ਉਸ ਮੁੱਦੇ ਨੂੰ ਚੱਕੀਏ, ਉਹਦੇ ਉੱਤੇ ਗੱਲਬਾਤ ਕਰੀਏ, ਕੀ ਪ੍ਰੋਬਲਮਸ ਹੈਗੀਆਂ ਔਰ ਕਿੱਦਾਂ ਉਹਦੇ ਸੋਲੂਸ਼ਨ ਨਿਕਲੂਗੇ। ਆਹ ਸਾਰੇ ਦੇ ਉੱਤੇ ਗੱਲਬਾਤ ਕਰਦੇ ਹਾਂ ਕਿ ਪ੍ਰੋਬਲਮਸ ਕੀ ਹੈ, ਫਿਰ ਅਸੀਂ ਉਹਦੇ ਤੇ ਸੋਲੂਸ਼ਨਸ ਤੇ ਵੀ ਗੱਲਬਾਤ ਕਰਾਂਗੇ। ਕਲਸੀ ਸਾਹਿਬ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਔਰ ਪ੍ਰਾਈਮ ਟਾਕ ਦੇਖ ਰਹੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ। ਕਲਸੀ ਸਾਹਿਬ ਆਪਾਂ ਸ਼ੁਰੂ ਕਰੀਏ ਕਿ ਜਿਹੜਾ ਲੈਂਡਲੋਰਡ ਹੈ ਔਰ ਇੱਕ ਟੈਨੈਂਟ ਹੈ, ਬੜਾ ਅੱਛਾ ਇੱਕ ਰਿਲੇਸ਼ਨ ਹੈ। ਲੇਕਿਨ ਅਸੀਂ ਦੇਖਿਆ ਕਿ ਪੈਂਡੈਮਿਕ ਦੇ ਚੱਲਦੇ ਇੱਕ ਤਾਂ ਇਵਿਕਸ਼ਨ ਬੰਦ ਕੀਤੀਆਂ ਗਈਆਂ, ਇੱਕ ਲੈਂਡਲੋਰਡ ਦੇ ਜਿਹੜੇ ਫੇਵਰ 'ਚ ਕੋਈ ਵੀ ਐਕਟ ਨਹੀਂ ਹੈਗਾ, ਕਿਉਂਕਿ ਲੈਂਡਲੋਰਡ ਦੀ ਕੰਪਲੇਂਟ ਹੈ ਜਦ ਬੋਰਡ ਜਿਹੜਾ ਉਹ ਸਾਰਾ ਫੇਵਰ ਕਰਦਾ ਹੈ ਟੈਨੈਂਟਸ ਨੂੰ। ਜੀ, ਲੈਂਡਲੋਰਡ ਦੀ ਮੈਂ ਐਗਜ਼ਾਮਪਲ ਦਊਂ, ਤੁਸੀਂ ਵੀ ਇਸ ਚੀਜ਼ ਦਾ ਸ਼ਿਕਾਰ ਹੋ ਚੁੱਕੇ ਹੋ, ਤੁਸੀਂ ਸਾਡੇ ਨਾਲ ਡਿਸਕਸ ਕੀਤਾ ਹੈ। ਹੁਣ ਲੈਂਡਲੋਰਡ ਕਹਿੰਦਾ ਕਿ ਮੇਰਾ ਜਦ ਘਰ ਖਾਲੀ ਕੀਤਾ ਜਾਂਦਾ ਹੈ, ਇੰਨਾ ਗਾਰਬੇਜ ਉੱਥੇ ਇਕੱਠਾ ਹੁੰਦਾ ਹੈ, ਮੈਂ ਕੰਪਲੇਂਟ ਕਰਦਾ ਤਾਂ ਬੋਰਡ ਸੁਣਦਾ ਨਹੀਂ ਨਾ। ਜਿਹੜੇ ਡਿਫਾਲਟਰ ਜਿਹੜੇ ਟੈਨੈਂਟਸ ਹੈਗੇ ਉਹਨਾਂ ਦਾ ਕਿੱਥੇ ਇਨਫੋਰਮੇਸ਼ਨ ਪਾਈ ਜਾਂਦੀ ਹੈ ਤਾਂ ਕਿ ਅਗਲਾ ਲੈਂਡਲੋਰਡ ਤੰਗ ਨਾ ਹੋਵੇ। ਕੀ ਕਹੋਗੇ ਤੁਸੀਂ? ਦੇਖੋ ਨਿਤਿਨ ਜੀ, ਸਭ ਤੋਂ ਪਹਿਲੀ ਵੱਡੀ ਗੱਲ ਤੇ ਹੈ ਪੈਂਡੈਮਿਕ ਤੋਂ ਪਿੱਛੇ ਚੱਲੀਏ ਪਹਿਲੋਂ ਕਿ LTB ਅੱਜ ਦਾ ਨਹੀਂ ਹੈ। LTB ਬਹੁਤ ਦੇਰ ਦਾ ਹੈ। ਟੈਨੈਂਟਸ ਵੀ ਬੜੀ ਦੇਰ ਦੇ ਚਲੇ ਆ ਰਹੇ, ਲੈਂਡਲੋਰਡਸ ਵੀ ਚਲੇ ਆ ਰਹੇ ਹੈ। ਪੁਰਾਣੀ ਹਿਸਟਰੀ ਨੂੰ ਜੇ ਤੁਸੀਂ ਫੋਲੋ ਤੇ ਤੁਸੀਂ ਦੇਖੋਗੇ ਕਿ ਜਦੋਂ ਲੈਂਡਲੋਰਡ ਜਾਂਦਾ LTB ਕੋਲ ਕਿ ਮੇਰੇ ਜਿਹੜਾ ਟੈਨੈਂਟ ਉਹ ਮੈਨੂੰ ਪਰੇਸ਼ਾਨ ਕਰ ਰਿਹਾ, ਮੈਨੂੰ ਪੈਸੇ ਨਹੀਂ ਦੇ ਰਿਹਾ ਜਾਂ ਕੋਈ ਹੋਰ ਕੰਪਲੇਂਟ ਹੈ, ਅਬਿਊਜ਼ ਹੈ ਕਿਸੇ ਕਿਸਮ ਦੀ, LTB ਹਮੇਸ਼ਾ ਇਹ ਲੈਂਡਲੋਰਡ ਨੂੰ ਕਹਿੰਦਾ ਹੈ ਕਿ ਯੂ ਜਸਟ ਕੀਪ ਇਟ ਕੁਆਇਟ, ਵੀ ਵਿਲ ਲਿਸਨ ਦੈਮ। ਸਭ ਤੋਂ ਪਹਿਲਾਂ ਚਾਂਸ ਮਿਲਦਾ ਹੈ ਟੈਨੈਂਟ ਨੂੰ ਕਿ ਵੀ ਤੁਸੀਂ ਕੀ ਕਹਿੰਦੇ ਹੋ। ਉਸ ਵੇਲੇ ਲੈਂਡਲੋਰਡ ਦੀ ਜਿਹੜੀ ਆਵਾਜ਼ ਉਹ ਦੱਬੀ ਜਾਂਦੀ ਹੈ। ਔਰ ਜਿਹੜਾ LTB ਹੈ ਡੇ 1 ਤੋਂ ਹੀ ਇਹ ਪ੍ਰੋ ਹੈਗਾ ਟੈਨੈਂਟ। ਉਹਨਾਂ ਨੂੰ ਇੰਝ ਲੱਗਦਾ ਹੈ ਕਿ ਜਿਹੜਾ ਟੈਨੈਂਟ ਹੈ ਉਹਦਾ ਹੱਕ ਬਣਦਾ ਇਸ ਘਰ 'ਚ ਰਹਿਣ ਨੂੰ, ਇਹ ਜੋ ਮਰਜ਼ੀ ਕਰ ਸਕਦਾ ਹੈ। ਲੈਂਡਲੋਰਡ ਨੂੰ ਚਾਹੀਦਾ ਹੈ ਕਿ ਹੀ ਸ਼ੁਡ ਜਸਟ ਸ਼ਟ ਅਪ ਕਿਉਂਕਿ ਤੈਨੂੰ ਕਿਰਾਇਆ ਮਿਲਦਾ ਪਿਆ, ਵਿਚ ਇਜ਼ ਨਾਟ ਫੇਅਰ। ਠੀਕ ਹੈ, ਸੋ ਇਹ ਗੱਲਾਂ ਹੈਗੀਆਂ ਬੜੀਆਂ ਪੁਰਾਣੀਆਂ। ਇਸ ਲਈ ਮੈਂ ਅੱਜ ਇਹ ਮੁੱਦਾ ਨਾਲ ਲਿਖ ਚੁੱਕਿਆ ਹੈ ਕਿ ਅੱਗੇ ਜਦੋਂ ਪੈਂਡੈਮਿਕ ਆਇਆ ਉਹ 'ਤੇ ਚੀਜ਼ਾਂ ਵਰਸ ਨਹੀਂ ਹੋ ਗਈਆਂ ਨਾ ਉਸ ਵੇਲੇ ਆ ਕੇ। ਸੋ ਹੁਣ ਲੈਂਡਲੋਰਡ ਜਿਹੜਾ ਹੈਗਾ ਉਹ ਵਿਚਾਰਾ ਐਟ ਮਰਸੀ ਆਫ LTB ਹੈ। ਠੀਕ ਹੈ, ਟੈਨੈਂਟ ਕੋਲ ਉਹਨੂੰ ਜਾਣ ਦੀ ਕੋਈ ਇਜਾਜ਼ਤ ਨਹੀਂ ਹੈ। ਉਹ ਟੈਨੈਂਟ ਨੂੰ ਕੁਝ ਕਹਿ ਨਹੀਂ ਸਕਦਾ। ਜੇ ਟੈਨੈਂਟ ਕੰਪਲੇਨ ਕਰੇ ਕਿ ਜੀ ਮੈਨੂੰ LTB ਨੂੰ ਕਿ ਮੈਨੂੰ ਲੈਂਡਲੋਰਡ ਨੇ ਇਹ ਕਿਹਾ, ਦੇ ਵਾਂਟ ਟੂ ਟੇਕ ਐਕਸ਼ਨ ਅਗੇਂਸਟ ਦ ਲੈਂਡਲੋਰਡ ਵਿਚ ਇਜ਼ ਨਾਟ ਫੇਅਰ। ਬਟ ਜਿੱਥੇ ਲੈਂਡਲੋਰਡ ਨੂੰ ਕਿਰਾਇਆ ਨਹੀਂ ਮਿਲਦਾ, ਇਵਿਕਸ਼ਨ ਨਹੀਂ ਹੋ ਸਕਦੀ, ਸੋ ਮਤਲਬ ਲੈਂਡਲੋਰਡ ਦਾ ਕੋਈ ਹੱਕ ਹੀ ਨਹੀਂ ਜਾਂ ਕੋਈ ਰਾਈਟ ਹੀ ਨਹੀਂ ਹੈਗਾ। ਦੇਖੋ, ਰਾਈਟ ਦੀ ਗੱਲ ਇਹ ਹੈ ਨਾ ਕਿ ਲੈਂਡਲੋਰਡ ਨੂੰ ਤੇ ਉਹ ਸਮਝਦੇ ਵੀ ਲੈਂਡਲੋਰਡ ਕੋਲ ਤਾਂ ਘਰ ਹੈਗਾ। ਹੁਣ ਤੁਸੀਂ ਮੇਰੇ ਟੈਨੈਂਟ ਹੋ, ਤੁਹਾਨੂੰ ਕੱਢਣ ਕੋ ਕਹਿਣਗੇ ਇਹਨੂੰ ਕਿੱਥੇ ਭੇਜੀਏ ਅਸੀਂ, ਇਹਨੂੰ ਰਹਿਣ ਨੂੰ ਜਗ੍ਹਾ ਚਾਹੀਦੀ ਹੈ। ਪਰ ਇਹ ਕਿਉਂ ਭੁੱਲ ਜਾਂਦੇ ਕਿ ਜਗ੍ਹਾ ਮੈਂ ਦਿੱਤੀ ਹੈ, ਬਿਲਕੁਲ ਮੈਨੂੰ ਹੱਕ ਬਣਦਾ ਉਹ ਕਿਰਾਇਆ ਲੈਣ ਦਾ, ਕਿਉਂਕਿ ਮੈਂ ਆਪਣੀ ਪ੍ਰਾਪਰਟੀ ਦੀ ਮੌਰਗੇਜ ਦੇ ਰਿਹਾ। ਠੀਕ ਹੈ, ਪਰ ਜੇ ਤੁਸੀਂ ਇਸ ਬੇਸ 'ਤੇ ਸੋਚੋ ਕਿ ਟੈਨੈਂਟ ਵਿਚਾਰਾ ਕਿੱਥੇ ਜਾਏਗਾ, ਉਹ ਲੈਂਡਲੋਰਡ ਦੀ ਪ੍ਰੋਬਲਮ ਨਹੀਂ ਹੈ। ਉਹਦੇ ਵਿੱਚ ਸਗੋਂ ਟੈਨੈਂਟ ਨੂੰ ਰਿਸਪੌਂਸੀਬਲ ਹੋਣਾ ਚਾਹੀਦਾ ਹੈ ਕਿ ਉਹ ਲੈਂਡਲੋਰਡ ਨਾਲ ਇੰਨੇ ਚੰਗੇ ਰਿਲੇਸ਼ਨ ਰੱਖੇ ਕਿ 1 ਸਾਲ ਤੋਂ ਬਾਅਦ ਅਗਲੇ ਸਾਲ ਦੀ ਲੀਜ਼ ਵੀ ਲੈ ਸਕੇ। ਤੁਹਾਡਾ ਮਤਲਬ ਇਹ ਰਿਫਾਰਮਸ ਦੀ ਜ਼ਰੂਰਤ ਹੈ ਇਹਦੇ 'ਚ? 101% ਰਿਫਾਰਮ ਨਹੀਂ ਹੈ। ਬੇਸਿਕਲੀ ਇਟਸ ਅ ਮੈਸੇਜ ਟੂ ਬੀ ਸੈਂਟ ਟੂ ਦ ਟੈਨੈਂਟ ਕਿ ਅਬਿਊਜ਼ ਨਾ ਕਰੋ। ਠੀਕ ਹੈ, ਦੇਖੋ ਰਿਫਾਰਮ ਤੇ ਜ਼ਰੂਰੀ ਗੱਲ ਹੈ, ਕੋਈ ਵੀ ਕਾਨੂੰਨ ਆਉਂਦਾ ਉਹ 'ਚ ਰਿਫਾਰਮ ਚਾਹੀਦੇ ਆ। ਪਰ ਜੇ ਮੈਨੂੰ ਇਹ ਪਤਾ ਹੋਵੇ ਰਿਫਾਰਮ ਮੇਰੇ 'ਤੇ ਲਾਗੂ ਨਹੀਂ ਹੁੰਦੇ ਤੇ ਮੈਂ ਤੇ ਵੈਸੇ ਹੀ ਚੌੜਾ ਹੋ ਜਾਂਦਾ। ਸੋ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ LTB ਨੂੰ ਦੇ ਹੈਵ ਟੂ ਸੈਂਡ ਅ ਮੈਸੇਜ ਆਊਟ ਟੂ ਦ ਟੈਨੈਂਟਸ ਕਿ ਯੂ ਹੈਵ ਟੂ ਬਿਹੇਵ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲੈਂਡਲੋਰਡ ਦੇ ਰਾਈਟਸ ਕੀ ਹੈ, ਤੁਹਾਡੇ ਵੀ ਰਾਈਟ ਹੈ, ਵੀਲ ਪ੍ਰੋਟੈਕਟ ਯੂ, ਬਟ ਯੂ ਕੈਨਟ ਅਬਿਊਜ਼ ਦ ਲੈਂਡਲੋਰਡ। ਸੋ ਜਿੰਨੀ ਦੇਰ ਅਸੀਂ ਇਹ ਕਲੀਅਰ ਮੈਸੇਜ ਟੈਨੈਂਟ ਨੂੰ ਨਹੀਂ ਦਿੰਦੇ, ਟੈਨੈਂਟ ਹਮੇਸ਼ਾ ਅਬਿਊਜ਼ ਕਰੇਗਾ। ਔਰ ਉਹਦੇ ਵਿੱਚ ਫਿਰ ਸਭ ਤੋਂ ਵੱਡੀ ਪ੍ਰੋਬਲਮ ਇੱਕ ਹੋਰ ਹੈਗੀ ਹੈ ਕਿ ਜਦੋਂ ਟੈਨੈਂਟ ਤੁਹਾਡੀ ਫੀਮੇਲ ਹੋਵੇ, ਉਸ ਵੇਲੇ ਲੈਂਡਲੋਰਡ ਦੀ ਪੋਜੀਸ਼ਨ ਇੰਨੀ ਖਰਾਬ ਹੋ ਜਾਂਦੀ ਹੈ ਕਿਉਂਕਿ ਫੀਮੇਲ ਦੀ ਆਵਾਜ਼ ਹਮੇਸ਼ਾ ਪਹਿਲਾਂ ਸੁਣੀ ਜਾਂਦੀ ਹੈ, ਜੋ ਮਰਜ਼ੀ ਉਹ ਕਵੇ। ਤੁਹਾਡਾ ਕਹਿਣਾ ਹੈ ਇੱਕ ਫੀਮੇਲ ਇੱਕ ਉੱਤੋਂ ਟੈਨੈਂਟ, ਸੋ ਟੈਨੈਂਟ ਦੀ ਉਦਾਂ ਹੀ ਬੋਰਡ ਸੁਣਦਾ ਹੈ ਤੇ ਇੱਕ ਫੀਮੇਲ ਹੈ ਤਾਂ ਜ਼ਿਆਦਾ ਸੁਣੀ ਜਾਂਦੀ ਹੈ। ਸੋ ਲੈਂਡਲੋਰਡ ਦੇ ਫੇਵਰ 'ਚ ਕੁਝ ਨਹੀਂ ਹੈ। ਹਾਂਜੀ, ਹੁਣ ਇਹਨੂੰ ਜੇ ਐਨਾਲਾਈਜ਼ ਕਰੀਏ ਕਿ ਟੈਨੈਂਟ ਦੇ ਨਾਲ ਕੀ ਜੁੜਿਆ ਹੈ, ਸਭ ਤੋਂ ਪਹਿਲਾਂ LTB ਦੇਖਦਾ ਇਹਦੇ ਬੱਚੇ ਆ, ਕਿੱਡੇ ਛੋਟੇ ਬੱਚੇ ਨੇ, ਘਰ 'ਚ ਕੋਈ ਬਜ਼ੁਰਗ ਹੈਗਾ, ਮਾਂ ਪਿਓ ਬਜ਼ੁਰਗ ਨੇ ਨਾਲ, ਇਹ ਦੇ ਹੈਵ ਗੋਟ ਅ ਪੈਟ, ਕੁੱਤਾ ਇਹਨਾਂ ਕੋਲ, ਬਿੱਲੀ ਹੈ, ਕੀ ਹੈਗਾ। ਸੋ ਇਹ ਜਿਹੜੇ ਸਾਰੇ ਫੈਕਟਰਸ ਹੈ ਇਹ ਲੈਂਡਲੋਰਡ ਦੇ ਅਗੇਂਸਟ ਜਾਂਦੇ ਨੇ। ਠੀਕ ਹੈ, ਜੇ ਇਹ ਸਾਰੀਆਂ ਚੀਜ਼ਾਂ ਨੂੰ ਟੈਨੈਂਟ ਕੁਆਲੀਫਾਈ ਕਰੇ ਨਾ ਕਿ ਉਹਨਾਂ ਦੇ ਘਰ 'ਚ ਬਜ਼ੁਰਗ ਹੋਵੇ, ਉਹਨਾਂ 'ਤੇ ਐਕਸ਼ਨ ਨਹੀਂ ਲੈਣਗੇ, ਕਹਿਣਗੇ ਇਹਨਾਂ ਨੂੰ ਕਿੱਥੇ ਕੱਢੀਏ। ਈਵਨ ਤੁਸੀਂ ਹੈਰਾਨ ਹੋਵੋਗੇ
ਕਿ ਬੰਦੇ ਨਾਲੋਂ ਇੱਕ ਕੁੱਤੇ ਔਰ ਬਿੱਲੀ ਦੀ ਕਦਰ ਜ਼ਿਆਦਾ ਹੈ। ਠੀਕ ਹੈ। ਜੇ ਉਹਨਾਂ ਕੋਲ ਪੈਟ ਹੈ ਨਾ, ਉਹ ਕਹਿੰਦੇ ਨਾ ਵੀ ਕੈਨੋਟ ਮੂਵ ਦ ਪੈਟ ਫਰਮ देयर, ਕਿ ਪੈਟ ਨੂੰ ਕੀ ਕਰਾਂਗੇ ਅਸੀਂ, ਪੈਟ ਬਾਹਰ ਜਾਏਗਾ ਉਹ ਖਰਾਬ ਹੋਏਗਾ। ਐਂਡ ਸਿਮਿਲਰਲੀ ਜਿਹੜੇ ਛੋਟੇ ਬੱਚੇ ਨੇ, ਕਿ ਬੱਚੇ ਲੈ ਕੇ ਕਿੱਥੇ ਜਾਏਗੀ, ਲੇਡੀ ਜਾਏਗੀ ਜਾਂ ਬੰਦਾ ਜਾਏਗਾ। ਸੋ ਇਨ ਅਦਰ ਵਰਡਸ ਵਾਟ ਆਈ ਮੀਨ ਟੂ ਸੇ ਇਨ ਟੋਟੈਲਿਟੀ ਸਾਨੂੰ ਦੇਖਣ ਦੀ ਇਹ ਲੋੜ ਹੈ ਕਿ ਟੈਨੈਂਟ ਇੱਕ ਫਿਗਰ ਹੈ, ਇੱਕ ਲੈਂਡਲੋਰਡ ਫਿਗਰ ਹੈ, ਦੋਨਾਂ ਨੂੰ ਇਕੁਅਲ ਜਸਟੀਫਿਕੇਸ਼ਨ ਦਿਓ। ਕੋਈ ਜ਼ਰੂਰੀ ਨਹੀਂ ਹੈ ਕਿ ਲੈਂਡਲੋਰਡ ਦੇ ਹੱਕ ਦੀ ਗੱਲ ਕਰੋ। ਜੇ ਲੈਂਡਲੋਰਡ ਅਬਿਊਜ਼ ਕਰਦਾ ਦੇयर ਸ਼ੁੱਡ ਬੀ ਐਨ ਐਕਸ਼ਨ ਅਗੇਂਸਟ ਹਿਮ, ਪਰ ਜੇ ਟੈਨੈਂਟ ਅਬਿਊਜ਼ ਕਰਦਾ ਹੈ ਤੇ ਉਹਨੂੰ ਯੂ ਕੈਨੋਟ ਲੈਟ ਇਟ ਗੋ ਲਾਈਕ ਦੈਟ। ਸੋ ਜਿਹੜਾ ਬੋਰਡ ਬਣਿਆ ਸੀਗਾ ਜਿਸ ਟਾਈਮ ਲੈਂਡਲੋਰਡ ਟੈਨੈਂਟ ਬੋਰਡ, ਉਹ ਤਾਂ ਬਣਿਆ ਸੀ ਦੋਨਾਂ ਲਈ, ਦੋਨੋਂ ਪਾਰਟੀਆਂ ਲਈ ਫੇਅਰ ਹੀਅਰਿੰਗ ਹੋਏ, ਟੈਨੈਂਟਸ ਲਈ ਵੀ ਔਰ ਲੈਂਡਲੋਰਡਸ ਲਈ ਵੀ। ਲੇਕਿਨ ਪਿਛਲੇ ਸਾਲਾਂ 'ਚ ਦੇਖਿਆ ਗਿਆ ਕਿ ਟੈਨੈਂਟਸ, ਹੁਣ ਸੋਸ਼ਲ ਮੀਡੀਆ ਤੇ ਵੀ ਦੇਖਿਆ ਇੰਨੇ ਗਰੁੱਪਸ ਬਣ ਗਏ ਲੈਂਡਲੋਰਡ ਔਰ ਟੈਨੈਂਟਸ ਦੇ, ਉਹ ਡਿਸਪਿਊਟ ਉੱਥੇ ਹੀ ਚੱਲਦੇ ਆ, ਬੋਰਡ 'ਚ ਤਾਂ ਜਾਂਦੇ ਨਹੀਂ। ਸਾਡੇ ਕੋਲ ਕੁਝ ਫਿਗਰਸ ਹੈਗੀਆਂ 2019 ਦੇ ਐਂਡ ਤੱਕ 15,000 ਕੇਸਿਸ ਜਿਹੜੇ ਪੈਂਡਿੰਗ ਪਏ। ਉਹਦੇ ਬਾਅਦ ਇੱਕ ਸਾਲ ਪੈਂਡੇਮਿਕ ਆ ਗਿਆ 2020 ਦਾ, ਸੋ ਪਤਾ ਨਹੀਂ ਕਿੰਨਾ ਜ਼ਿਆਦਾ ਬੈਕਲੌਗ ਹੋਣਾ। ਸੋ ਇੰਨੇ ਕੇਸਿਸ ਪੈਂਡਿੰਗ, ਔਰ ਜਿੱਦਾਂ ਤੁਸੀਂ ਵੀ ਆਪਣੀ ਸਟੋਰੀ ਸ਼ੇਅਰ ਕੀਤੀ ਹੈ, ਉਹ ਵੀ ਸਾਡੇ ਨਾਲ ਇੱਕ ਵਾਰ ਸ਼ੇਅਰ ਕਰ ਦਿਓ, ਸਾਡੇ ਵਿਊਅਰਸ ਨਾਲ ਵੀ, ਕਿ ਜਿਹਨੇ ਕਿਰਾਇਆ ਲੈਣਾ, ਅਗਰ ਮੈਂ ਲੈਂਡਲੋਰਡ ਹੈ, ਮੈਂ ਤੁਹਾਡੇ ਕੋਲੋਂ ਹਰ ਮਹੀਨੇ ਕਿਰਾਇਆ ਲੈਣਾ, ਇੱਕ ਸਾਲ ਤੁਸੀਂ ਮੈਨੂੰ ਕਿਰਾਇਆ ਨਹੀਂ ਦਿੱਤਾ, ਨਾ ਮੈਂ ਤੁਹਾਨੂੰ ਕੱਢ ਸਕਿਆ ਤੇ ਨਾ ਮੈਨੂੰ ਕਿਰਾਇਆ ਮਿਲਿਆ, ਤੇ 25, 30, 40,000 ਡਾਲਰ ਮੈਂ ਤਾਂ ਡਾਊਨ ਹੋ ਗਿਆ, ਮੈਂ ਮੌਰਗੇਜ ਕਿੱਦਾਂ ਦੇਣੀ ਹੈ? ਐਬਸੋਲੂਟਲੀ। ਦੇਖੋ ਇੱਕ ਤੇ ਮੇਰੀ ਇੱਕ ਪ੍ਰੈਕਟੀਕਲ ਆਪਣੀ ਪ੍ਰੋਬਲਮ ਹੈ ਜਿਹੜੀ ਕਿ ਮੈਂ ਫਿਜ਼ੀਕਲੀ ਤੁਹਾਨੂੰ ਦੱਸ ਸਕਦਾ। ਆਈ ਐਮ ਅ ਲਾਈਵ ਐਗਜ਼ਾਮਪਲ, ਐਗਜ਼ੈਜਰੇਟ ਨਹੀਂ ਕਰ ਰਹੇ ਅਸੀਂ, ਵਧਾ ਚੜਾ ਕੇ ਨਹੀਂ ਗੱਲ ਕਰ ਰਹੇ। ਕੀ ਹੋਇਆ ਤੁਹਾਡੇ ਨਾਲ? ਮੇਰੇ ਨਾਲ ਕੀ ਹੋਇਆ ਜੀ, ਮੈਂ ਇੱਕ ਬ੍ਰੈਂਡ ਨਿਊ ਪ੍ਰੋਪਰਟੀ ਜਿਹੜੀ ਕਿ ਕਲੋਜ਼ ਕੀਤੀ $8,50,000 ਦੀ, ਇਟਸ ਅ ਹਿਊਜ ਅਮਾਊਂਟ, ਔਰ ਉਹ ਮੈਂ ਇਨਵੈਸਟਮੈਂਟ ਪ੍ਰੋਪਰਟੀ ਸੀਗੀ, ਨੋ ਡਾਊਟ, ਕਿ ਮੈਂ ਕਿਰਾਏ ਤੇ ਦੇਣੀ ਹੈ। ਇੱਧਰੋਂ ਮੈਂ 24 ਫਰਵਰੀ ਨੂੰ ਕਿਰਾਏ ਤੇ ਦਿੱਤੀ ਹੈ, ਔਰ 6 ਮਾਰਚ ਨੂੰ ਪੈਂਡੈਮਿਕ ਆ ਗਿਆ। ਠੀਕ ਹੈ ਜੀ, ਮੈਨੂੰ ਸਿਰਫ 1 ਮਹੀਨੇ ਦਾ ਜਿਹੜਾ ਫਸਟ ਐਂਡ ਲਾਸਟ ਦਾ ਜਿਵੇਂ ਹੁੰਦਾ ਰੂਟੀਨ, ਉਹ ਚੈੱਕ ਇੱਕ ਜ਼ਰੂਰ ਮਿਲਿਆ, ਪਰ ਅਗਲੇ ਚੈੱਕ ਸਾਰੇ ਬਾਉਂਸ ਹੋ ਗਏ। ਠੀਕ ਹੈ, ਮੇਰੇ ਟੈਨੈਂਟ ਨੇ ਮੈਨੂੰ ਪੈਸੇ ਦੇਣੇ ਬੰਦ ਕਰਤੇ, ਮੇਰੇ ਟੈਨੈਂਟ ਨੇ ਨਾਲ ਦੇ ਨਾਲ ਸਾਰੀ ਯੂਟਿਲਿਟੀ ਦੇ ਬਿੱਲ ਬੰਦ ਕਰਤੇ। ਸੋ ਕਹਿਣ ਦਾ ਮਤਲਬ ਇਹ ਹੋਇਆ ਕਿ ਮੈਨੂੰ ਉਸ ਤੋਂ ਬਾਅਦ ਕੋਈ ਪੈਸਾ ਨਹੀਂ ਮਿਲਿਆ। ਮਈ ਦੇ ਵਿੱਚ ਮੈਂ LTB ਨੂੰ ਐਪਲੀਕੇਸ਼ਨ ਦਿੱਤੀ ਇਵਿਕਸ਼ਨ ਦੀ, ਡਿਫਾਲਟ ਦੀ, ਔਰ ਨਾਲ ਉਹਨਾਂ ਨੂੰ ਸਾਰੇ ਐਵੀਡੈਂਸ ਦਿੱਤਾ। ਉਹਨਾਂ ਨੇ ਦੇਖਣ ਤੋਂ ਬਾਅਦ ਕਿਹਾ ਓਕੇ ਵੀਲ ਲੁੱਕ ਇਨਟੂ ਦਿਸ। ਮਈ ਤੋਂ ਬਾਅਦ ਸਪਟੈਂਬਰ 'ਚ ਜਾ ਕੇ ਉਹਨਾਂ ਨੇ ਮੈਨੂੰ ਪਹਿਲੀ ਹੀਅਰਿੰਗ ਦਾ ਟਾਈਮ ਦਿੱਤਾ। ਸੋ ਜੇ ਅਸੀਂ ਧਿਆਨ ਨਾਲ ਦੇਖੀਏ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, 5 ਮਹੀਨੇ ਮੇਰੀ ਕੋਈ ਸੁਣਵਾਈ ਨਹੀਂ ਹੈ। ਸੁਣਵਾਈ ਵੀ ਨਹੀਂ ਹੋਈ, ਰੈਂਟ ਤਾਂ ਉਦਾਂ ਹੀ ਨਹੀਂ ਆ ਰਿਹਾ, ਰੈਂਟ ਨਹੀਂ ਆ ਰਹੀ ਤੇ ਮੌਰਗੇਜ ਤੁਹਾਡੀ ਜੇਬ 'ਚ ਜਾ ਰਹੀ ਹੈ, ਮੇਰੇ ਪੱਲਿਓਂ ਜਾ ਰਹੀ ਹੈ। ਫਿਰ ਸਪਟੈਂਬਰ 'ਚ ਜਦੋਂ ਉਹਨਾਂ ਨੇ ਕੀਤਾ, ਫਿਰ ਉਹਨਾਂ ਨੇ ਮੈਨੂੰ ਚਿੱਠੀ ਲਿਖ ਕੇ ਕਿਹਾ ਵੀ ਓਕੇ ਵੀ ਵਿਲ ਹੀਅਰ ਯੋਰ ਕੇਸ। ਫਿਰ ਮੈਨੂੰ ਜਾ ਕੇ ਉਹਨਾਂ ਨੇ ਅਕਤੂਬਰ ਐਂਡ 'ਚ ਮੇਰੀ ਹੀਅਰਿੰਗ ਹੋਈ ਜ਼ੂਮ ਤੇ। ਠੀਕ ਹੈ, ਔਰ ਜਿਹੜੀ ਚੇਅਰ ਲੇਡੀ ਸੀਗੀ, ਸ਼ੀ ਵਾਸ ਟਾਕਿੰਗ ਟੂ ਮੀ, ਮੈਂ ਉਹਨੂੰ ਪੁੱਛਿਆ ਜੀ ਇਹ ਸਿਚੁਏਸ਼ਨ ਹੈ, ਕਹਿੰਦੀ ਆਈਵ ਸੀਨ ਆਲ ਦ ਡਾਕੂਮੈਂਟਸ, ਓਕੇ ਵੀਲ ਲੈਟ ਯੂ ਨੋ। ਮੈਂ ਕਿਹਾ ਵਾਟ ਡੂ ਯੂ ਮੀਨ ਬਾਈ ਲੈਟ ਮੀ ਨੋ? I'm sitting in front of you and I'm in this line for the last 5-6 months. ਤੁਸੀਂ ਹਾਲੇ ਮੈਨੂੰ ਕਹਿ ਰਹੇ ਵੀ let you know। ਕਹਿੰਦੇ well we have reserved our ruling। ਮੈਂ ਕਿਹਾ fine। ਉਸ ਤੋਂ ਬਾਅਦ ਮੈਨੂੰ ਰੂਲਿੰਗ ਆ ਗਈ। ਰੂਲਿੰਗ ਆਈ ਕਿ 9 ਦਸੰਬਰ ਨੂੰ eviction ਦਾ ਆਰਡਰ ਇਨਫੋਰਸ ਹੁੰਦਾ ਹੈ, ਤੇ ਜੇ ਉਹ 9 ਦਸੰਬਰ ਤੱਕ ਨਾ ਨਿਕਲਣ ਤੇ ਸ਼ੈਰਿਫ ਵਿਲ ਟੇਕ them out। ਠੀਕ ਹੈ, ਮੈਂ ਕਿਹਾ ਫਾਈਨ ਇਨਫ, ਫੇਅਰ ਇਨਫ, ਸੋ ਦੈਟਸ ਗੁੱਡ। ਫਿਰ ਮੈਂ ਸ਼ੈਰਿਫ ਆਫਿਸ ਨੂੰ ਅਪਰੋਚ ਕੀਤਾ। ਸ਼ੈਰਿਫ ਉਹ ਕਹਿੰਦੇ ਜੀ ਪੈਂਡੈਮਿਕ ਕਰਕੇ eviction ਬੰਦ ਹੈ, ਹੇਅਰ ਵੀ ਗੋ। ਕਿਉਂਕਿ ਇਹਦੇ ਵਿੱਚ ਨਾ ਇੱਕ ਹੋਰ ਜਿਹੜਾ ਲੋਕਾਂ ਨੇ ਮਿਸਯੂਜ਼ ਕੀਤਾ ਹੈ, ਹਾਲਾਂਕਿ ਸਾਡੇ ਪ੍ਰੀਮੀਅਰ ਦਾ ਇਹ ਮਤਲਬ ਨਹੀਂ ਸੀ ਕਹਿਣ ਦਾ। ਉਹਨਾਂ ਨੇ ਜਦੋਂ ਟੈਨੈਂਟਸ ਨੂੰ ਕਿਹਾ ਨਾ ਵੀ ਤੁਹਾਨੂੰ ਕੋਈ ਕੱਢ ਨਹੀਂ ਸਕਦਾ, ਪਰ ਉਹ ਰੋਂਗ ਮੈਸੇਜ ਚਲਾ ਗਿਆ। ਉਹ ਰੋਂਗ ਮੈਸੇਜ ਇਸ ਲਈ ਗਿਆ ਕਿ ਲੋਕਾਂ ਨੇ ਸਮਝਿਆ ਵੀ ਹੁਣ ਤੇ ਕੋਈ ਕੁਛ ਕਰ ਹੀ ਨਹੀਂ ਸਕਦਾ, ਸਾਨੂੰ ਕੱਢ ਨਹੀਂ ਸਕਦਾ, ਤੇ ਅਸੀਂ ਕਿਰਾਇਆ ਵੀ ਨਾ ਦਈਏ ਤੇ ਮਿਸਯੂਜ਼ ਕਰੀਏ, ਜੋ ਮਰਜ਼ੀ ਕਰੀਏ। ਸੋ ਉਸ ਕੇਸ 'ਚ ਆ ਕੇ ਮੈਂ ਵੀ ਹੁਣ 9 ਦਸੰਬਰ, ਅੱਜ ਜਿਸ ਵੇਲੇ ਅਸੀਂ ਇਹ ਗੱਲਾਂ ਕਰ ਰਹੇ ਹਾਂ, ਮਾਰਚ ਦੇ ਵਿੱਚ, ਹਾਂਜੀ 21 'ਚ ਆ ਗਏ ਹਾਂ। ਤੁਸੀਂ ਅੰਦਾਜ਼ਾ ਲਗਾਓ ਕਿ ਇੱਕ ਤੇ ਉਹ 3-4 ਮਹੀਨੇ 'ਚ ਮੈਂ ਹੋਰ ਥੱਲੇ ਚਲਾ ਗਿਆ। ਤੇ ਹਾਲੇ ਵੀ ਇਵਿਕਟ ਨਹੀਂ ਹੋਇਆ? ਹਾਲੇ ਇਵਿਕਟ ਨਹੀਂ ਹੋਇਆ ਕਿਉਂਕਿ ਪੈਂਡੈਮਿਕ ਖਤਮ ਨਹੀਂ ਹੋਇਆ ਤੇ ਉਹਨਾਂ ਨੇ ਖਾਲੀ ਨਹੀਂ ਕੀਤਾ। ਹੁਣ 8 ਤਰੀਕ ਤੋਂ 8 ਮਾਰਚ ਤੋਂ ਇਹਨਾਂ ਨੇ ਕਿਹਾ ਵੀ ਓਕੇ ਇਵਿਕਸ਼ਨ ਸਟਾਰਟ ਹੋਣਗੀਆਂ, ਤੇ ਨਾਲੇ ਹੁਣ ਸ਼ੈਰਿਫ ਆਫਿਸ ਇਹ ਕਹਿੰਦਾ ਹੈ ਕਿ ਵੀ ਆਰ ਬਿਹਾਈਂਡ 4 to 8 weeks। ਅੱਛਾ, ਕਿ ਹਾਲੇ ਵੀ ਤੁਹਾਨੂੰ 8 ਹਫ਼ਤੇ ਇੰਤਜ਼ਾਰ ਕਰਨੇਗਾ, ਕਿਉਂਕਿ ਲਿਸਟ 'ਚ ਬੰਦੇ ਹੀ ਬੜੇ ਹੈ। ਸੋ ਹੁਣ ਪਤਾ ਨਹੀਂ ਮੇਰਾ ਨੰਬਰ ਕਦੋਂ ਆਉਣਾ ਹੈ। ਸੋ ਇਸ ਪੁਆਇੰਟ ਨੂੰ ਲੈ ਕੇ ਜੇ ਅਸੀਂ ਧਿਆਨ ਨਾਲ ਦੇਖੀਏ, ਯੂ ਟੈਲ ਮੀ ਕਿ ਮੇਰੇ ਵਰਗਾ ਇਡੀਅਟ ਬੰਦਾ ਕਿਹੜਾ ਹੋਏਗਾ। ਕਲਸੀ ਸਾਹਿਬ, ਸਾਲ 1.5 ਸਾਲ ਦੀ ਆਪਾਂ ਗੱਲ ਹੋ ਗਈ, ਤੁਹਾਡਾ ਇਨਸੀਡੈਂਸ, ਤੇ ਤੁਹਾਡੀ ਜੇਬ 'ਚੋਂ ਸਾਰੇ ਮੌਰਗੇਜ ਦੇ ਜਾ ਰਹੇ, ਤੁਹਾਨੂੰ ਹੁਣ ਆ ਲੈਂਡਲੋਰਡ ਟੈਨੈਂਟ ਬੋਰਡ ਦਾ ਕਿਉਂ ਨਹੀਂ ਫਰਜ਼ ਬਣਦਾ ਕਿ ਤੁਹਾਡਾ ਜਿਹੜਾ ਮਨੀ ਲਾਸ ਹੋਇਆ, ਬੰਦਾ ਵੀ ਉੱਥੇ ਰਹਿ ਰਿਹਾ, ਕਿਰਾਇਆ ਵੀ ਨਹੀਂ ਦੇ ਰਿਹਾ, ਤੇ ਲੈਂਡਲੋਰਡ ਤੁਸੀਂ, ਅਸੀਂ ਆਹੀ ਤਾਂ ਗੱਲ ਕਰ ਰਹੇ ਹਾਂ, ਆਹੀ ਤਾਂ ਇਸ਼ੂ ਹੈ। ਨਿਤਿਨ ਜੀ, ਇਸੇ ਪੁਆਇੰਟ ਤੇ ਜਦੋਂ LTB ਦੀ ਮੀਟਿੰਗ ਸੀਗੀ, ਮੈਂ ਉਹਨਾਂ ਨੂੰ ਇੱਕੋ ਪੁੱਛਿਆ, ਮੈਂ ਕਿਹਾ ਆਈਮ ਡਾਊਨ ਦਿਸ ਮਚ ਮਨੀ, ਇਜ਼ LTB ਗੋਇੰਗ ਟੂ ਹੈਲਪ ਮੀ ਇਨ ਰਿਕਵਰਿੰਗ ਦਿਸ ਮਨੀ? ਉਹਨੇ ਮੈਨੂੰ ਪੁਆਇੰਟ ਬਲੈਂਕਲੀ ਕਿਹਾ ਦਿਸ ਇਜ਼ ਨਨ ਆਫ ਆਰ ਬਿਜ਼ਨਸ। ਦਿਸ ਇਜ਼ ਨਨ ਆਫ ਆਰ ਬਿਜ਼ਨਸ। ਜਿੱਦਾਂ ਕਲਸੀ ਸਾਹਿਬ ਨੇ ਆਪਣੀ ਸਟੋਰੀ ਵੀ ਸੁਣਾਈ ਕਿ LTB ਦਾ ਆ ਜਵਾਬ ਹੈ ਕਿ ਦਿਸ ਇਜ਼ ਨਨ ਆਫ ਆਵਰ ਬਿਜ਼ਨਸ,
क्योंकि जब वो 30-35 हज़ार डॉलर अपने टेनेंट ਦੇ डाउन आ गए और ना इविक्शन हुई पैंडेमिक करके, सो लैंडलॉर्ड का पैसा कौन देगा, मॉर्गेज कौन देगा? सो LTB का जवाब कि दिस इज नन ऑफ आवर बिजनेस, यू हैव टू सी। ਅਸੀਂ ਗੱਲਬਾਤ ਕਰ ਰਹੇ ਹਾਂ ਟੇਨੈਂਟ ਔਰ ਲੈਂਡਲॉर्ड ਦੇ ਡਿਸਪਿਊਟ ਕਰਕੇ। ਸਾਡੇ ਨਾਲ ਮਿਸਟਰ ਕਲਸੀ ਸ਼ੋਅ 'ਚ ਨਾਲ ਹੈ, ਕਿਉਂਕਿ ਮਿਸਟਰ ਕਲਸੀ ਜਿੱਦਾਂ ਬਿਜ਼ਨਸ ਸੋਲੂਸ਼ਨਸ ਤੋਂ ਤਾਲੁਕ ਰੱਖਦੇ ਔਰ ਡੈਟ ਦੀਆਂ ਸੋਲੂਸ਼ਨਸ ਦਿੰਦੇ ਪੂਰੇ ਕੈਨੇਡਾ ਵਾਈਡ। ਇਹਦੇ ਤੇ ਲੇਕਿਨ ਵੱਖ-ਵੱਖ ਮੁੱਦਿਆਂ ਤੇ ਕਮਿਊਨਿਟੀ ਦੇ ਕਾਫੀ ਹੋਰ ਨਜ਼ਰ ਰੱਖਦੇ ਆ। ਇਸ ਮੁੱਦੇ ਤੇ ਵੀ ਸਾਡੇ ਲਈ ਬੈਸਟ ਸੀਗਾ ਕਿ ਅਸੀਂ ਇਹਨਾਂ ਨਾਲ ਗੱਲਬਾਤ ਕਰੀਏ, ਕਿਉਂਕਿ ਸਾਨੂੰ ਵੀ ਬਹੁਤ ਕੰਪਲੇਂਟਸ ਹੈਗੀਆਂ। ਲੈਂਡਲॉर्ड्स ਨੇ ਬਹੁਤ ਅਪਰੋਚ ਕੀਤਾ ਕਿ ਇਸ ਮੁੱਦੇ ਤੇ ਗੱਲਬਾਤ ਕੀਤੀ ਜਾਏ। ਕਿਉਂ ਨਾ ਜਿਹੜਾ ਲੈਂਡਲॉर्ड ਟੇਨੈਂਟ ਬੋਰਡ ਹੈ ਉਹਦੇ ਐਕਟਸ ਦੇ ਅੰਦਰ ਚੇਂਜਸ ਕੀਤੀਆਂ ਜਾਣ, क्यों ना जी मिनिस्ट्री है तो मिनिस्टर क्लार्क नाल भी असीं कोशिश करांगे गलबात करन दी कि क्यों ना इहदे च चेंजिस कीतियां जान, क्यों ना लैंडलॉर्ड दी भी जिहड़ी उन्हां दा हक बनदा उन्हां नूं दित्ता जाए। कलसी साहब जिद्दां तुसीं कहा कि उन्होंने जवाब दिता कि दिस इज नन ऑफ आवर बिजनेस, आ तो बड़ा एक शॉकिंग है कि एक लैंडलॉर्ड नूं बहुत शॉकिंग आंसर मिलता है कि दिस इज द बोर्ड फॉर मी, दिस इज द बोर्ड फॉर टेनेंट। अगर वो मैनूं कहंदा है कि ओके इविक्शन हो जाऊगी, पैंडेमिक हैगा, इविक्शन वाले देखांगे कद शेरिफ अवेलेबल है, बट तुहाडा 35,000 गया, असीं की करिए, तुहाडा बिजनेस है। हुण इस ते हाँ जी ਹੁਣ ਮੇਰੇ ਕੋਲ ਰਾਊਟ ਕੀ ਰਹਿ ਗਿਆ ਮਤਲਬ ਆਈ ਹੈਵ ਟੂ ਗੋ ਟੂ ਦ ਕੋਰਟ ਨਾਓ, ਸਮਾਲ ਕਲੇਮ ਕੋਰਟ 'ਚ। ਹੁਣ ਸਮਾਲ ਕਲੇਮ ਕੋਰਟ ਦੇ ਵਿੱਚ ਵੀ ਜਿਸ ਵੇਲੇ ਅਸੀਂ ਜਾਣਾ ਹੈ, ਪਹਿਲੀ ਗੱਲ ਤਾਂ ਉੱਥੇ ਪੈਸੇ ਲੱਗਣੇ ਆ। ਜਿਸ ਵੇਲੇ ਕੱਲ੍ਹ ਨੂੰ ਹੀਅਰਿੰਗ ਆਉਂਦੀ ਹੈ, ਮਹੀਨਾ 2 ਮਹੀਨੇ 6 ਮਹੀਨੇ, ਹਾਲੇ ਤੇ ਕੋਰਟ ਵੀ ਬੰਦ ਨੇ, 6 ਮਹੀਨੇ ਬਾਅਦ ਹੀਅਰਿੰਗ ਆਉਂਦੀ ਹੈ, ਤੁਸੀਂ ਜੱਜ ਸਾਹਿਬ ਬੈਠੇ ਹੋ, ਟੈਨੈਂਟ ਕਹਿੰਦਾ ਜੀ ਮੇਰੇ ਕੋਲ ਹੈ ਹੀ ਨਹੀਂ ਪੈਸਾ, ਮੈਂ ਕੀ ਕਰ ਸਕਦਾ ਹੈ? ਜੱਜ ਨੇ ਉਹਨੂੰ ਕੀ ਕਹਿਣਾ ਹੈ? Okay, how much you can pay every month? $50. Okay, keep on making $50 payment. ਉਸ ਵੇਲੇ ਵੀ ਲੈਂਡਲॉर्ड ਦੀ ਕੋਈ ਸੁਣਵਾਈ ਨਹੀਂ ਹੈਗੀ ਕਿ ਲੈਂਡ ਨੂੰ ਕਹੇਗਾ it's not fair. How can you pay $50 a month? But they will give this order to them. So end of the day, ਸਾਡਾ ਜਿਹੜਾ ਪੂਰਾ ਸਟਰਕਚਰ ਹੈ, it is too weak. ਭਾਵੇਂ ਅਸੀਂ ਹਿਊਮੈਨਿਟੇਰੀਅਨ ਗਰਾਊਂਡ 'ਤੇ ਕਹੀਏ ਕਿ ਅਸੀਂ ਬੜੇ ਚੰਗੇ ਦਿਲ ਦੇ, ਅਸੀਂ ਲੋਕਾਂ ਦਾ ਦਰਦ ਮਹਿਸੂਸ ਕਰਨੇ ਆ, ਪਰ ਸਾਡਾ ਸਿਸਟਮ ਐਡਾ ਵੀਕ ਹੈ ਕਿ ਜੇ ਸਾਨੂੰ ਅਬਿਊਜ਼ ਕਰਨ ਵਾਲਾ ਆ ਜਾਏ ਨਾ, ਉਹਦੀਆਂ ਤੇ ਪੌਂ 12 ਹੈ। ਸੋ ਇੰਨਾ ਜ਼ਿਆਦਾ ਅਬਿਊਜ਼ ਹੈ ਸਿਸਟਮ 'ਚ। ਅਗਰ ਜੱਜ ਸਾਹਿਬ ਨੇ ਵੀ ਫੈਸਲਾ ਦੇ ਦਿੱਤਾ 50, ਜਿੱਦਾਂ ਕਲਸੀ ਸਾਹਿਬ ਨੇ ਦੱਸਿਆ $50 ਅ ਵੀਕ, ਅਗਰ $30,000 ਲੈਣਾ ਤਾਂ ਮੇਰੇ ਖਿਆਲ ਸਾਲ 'ਚ $600 ਔਰ ਮੇਰੇ ਖਿਆਲ 50 ਸਾਲ ਉਹਦੇ 'ਚ ਲੱਗ ਜਾਓਗੇ ਪੂਰੇ ਕਰਦੇ। ਸੋ ਇਟਸ ਅਬਿਊਜ਼ ਹੋ ਰਿਹਾ ਸਿਸਟਮ ਦਾ। ਐਬਸੋਲੂਟਲੀ ਜੀ। ਔਰ ਗੱਲ ਇਹ ਹੈ ਕਿ ਮੇਰਾ ਖਿਆਲ ਹੈ ਕਿ ਅੱਜ ਦੀ ਡੇਟ 'ਚ ਕੈਨੇਡਾ ਨੀਡਸ ਟੂ ਵੇਕ ਅਪ ਨਾਓ, ਕਿਉਂਕਿ ਜਿਹੜੀਆਂ ਇੰਨੀਆਂ ਅਸੀਂ ਨਰਮ ਆਪਣੀਆਂ ਪਾਲਿਸੀਜ਼ ਰੱਖੀਆਂ ਨੇ, ਇਹ ਪਾਲਿਸੀ ਸਾਨੂੰ ਹੈਲਪ ਨਹੀਂ ਕਰ ਰਹੀਆਂ। ਉਲਟਾ ਜਿਹੜੇ ਬੈਡ ਐਲੀਮੈਂਟ ਸਾਡੇ ਕੰਟਰੀ 'ਚ ਆ ਰਹੇ ਨੇ, ਉਹਨਾਂ ਨੂੰ ਇੱਕ ਮੌਕਾ ਦੇ ਰਹੇ ਨੇ ਅਬਿਊਜ਼ ਕਰਨ ਦਾ, ਜਿਸ 'ਚ ਸਾਰੀਆਂ ਹੀ ਕਮਿਊਨਿਟੀਜ਼ ਨੇ, ਮੈਂ ਕਿਸੇ ਇੱਕ ਪਰਟੀਕੂਲਰ ਕਮਿਊਨਿਟੀ ਦੀ ਨਹੀਂ ਗੱਲ ਕਰਦਾ, ਪਰ ਜਿਨ੍ਹਾਂ ਨੂੰ ਅਬਿਊਜ਼ ਕਰਨਾ ਆਉਂਦਾ ਹੈ, ਦੇ ਅਬਿਊਜ਼ ਯੂ ਟੂ ਦ ਮੈਕਸਿਮਮ। ਕਲਸੀ ਸਾਹਿਬ, टेनेंट भी जरूरी है, इन्वेस्टमेंट प्रॉपर्टीज भी जरूरी है, लैंडलॉर्ड भी जरूरी है, क्योंकि सारा एक सर्कल है। हाउसिंग भी जरूरी है, अफोर्डेबिलिटी भी जरूरी है। इट मीन सिस्टम वीक हो गया क्योंकि ਉਹਦੇ 'ਚ ਚੇਂजेस नहीं ਕੀਤੀਆਂ ਗਈਆਂ। ਕੈਨੇਡਾ ਨੂੰ ਇੱਕ ਬਹੁਤ ਸੌਫਟ ਕੰਟਰੀ ਮੰਨਿਆ ਗਿਆ ਸੀ। ਅਗਰ ਤੁਹਾਨੂੰ ਯਾਦ ਹੋਏ ਤੇ ਪਹਿਲੇ US ਕੈਨੇਡਾ ਦਾ ਬਾਰਡਰ ਓਪਨ ਹੁੰਦਾ ਸੀਗਾ, ਬਟ ਉਹ ਜਿੱਦਾਂ ਮਿਸਯੂਜ਼ ਹੁੰਦਾ ਗਿਆ ਉਹਨੂੰ ਸਟ੍ਰਿਕਟ ਕਰਦੇ ਰਹੇ। ਇਮੀਗ੍ਰੇਸ਼ਨ ਪਾਲਿਸੀਜ਼ ਬਹੁਤ ਲੂਜ਼ ਹੁੰਦੀਆਂ ਸੀਗੀਆਂ, ਜਿੱਦਾਂ ਦੇਖਿਆ ਸਿਸਟਮ ਦਾ ਮਿਸਯੂਜ਼ ਹੋਇਆ ਉਹਨੂੰ ਸਟ੍ਰਿਕਟ ਕੀਤੀਆਂ ਗਈਆਂ। ਸਪਾਊਜ਼ਲ ਮੈਰਿਜਸ ਹੋਈਆਂ ਜਾਂ ਬਾਕੀ ਜੋ ਵੀ ਰਿਲੇਟਿਵਸ 'ਚ ਵਿਆਹ, ਸੋ ਉਹ ਚੀਜ਼ਾਂ ਚੱਲਦੀਆਂ ਗਈਆਂ। ਇੱਥੇ ਵੀ ਜਿੱਦਾਂ ਤੁਸੀਂ ਕਿਹਾ ਕੈਨੇਡਾ ਨੀਡਸ ਟੂ ਵੇਕ ਅਪ, ਕਿਉਂਕਿ ਲੈਂਡਲॉर्ड्स ਦੇ ਰਾਈਟ ਹੈ। ਅਸੀਂ ਇੱਥੇ ਆ ਨਹੀਂ ਕਹਿੰਦੇ ਕਿ ਟੇਨੈਂਟਸ ਦੇ ਰਾਈਟ ਨਹੀਂ, ਟੇਨੈਂਟਸ ਦੇ ਰਾਈਟ ਹੈ। ਟੇਨੈਂਟਸ ਦੇ ਰਾਈਟ ਦੀ ਬੋਰਡ ਬੈਠਾ ਹੈ ਔਰ ਉਹ ਸੁਣਾਈ ਹੁੰਦੀ ਹੈ ਕਿ ਆ ਮੈਨੂੰ ਹੈਰਾਸ ਕਰ ਰਿਹਾ ਲੈਂਡਲॉर्ड, ਰਾਈਟ ਵੇ ਐਕਸ਼ਨ ਹੁੰਦਾ, ਬਟ ਦੂਜੀ ਤਰਫ ਲੈਂਡਲॉर्ड ਦੇ ਵੀ ਰਾਈਟ ਐਕਸ਼ਨ ਹੋਣਾ ਚਾਹੀਦਾ। ਦੇਖੋ ਹੁਣ ਤੁਸੀਂ ਇੱਕ ਵੇਕਅਪ ਕਾਲ ਅਸੀਂ ਜਾਂ ਗੱਲ ਕੀਤੀ ਹੈ, ਵੇਕਅਪ ਕਾਲ ਦਾ ਕੀ ਮਤਲਬ ਹੈ? ਪਹਿਲੀ ਗੱਲ ਅਸੀਂ ਕਹੀਏ ਹੁਣ ਚੱਲੇ ਜੀ ਆਪਾਂ ਫੈਡਰਲ ਗਵਰਨਮੈਂਟ ਤੇ, ਫੈਡਰਲ ਗਵਰਨਮੈਂਟ ਪਾਲਿਸੀ ਬਣਾਉਂਦੀ ਕਿ ਇੰਨਾ ਬੰਦਾ ਅਸੀਂ ਇਮੀਗ੍ਰੈਂਟ ਲਿਆਉਣਾ ਹੈ। ਕਦੀ ਫੈਡਰਲ ਗਵਰਨਮੈਂਟ ਨੇ ਇਹੋ ਜਿਹੀ ਪਾਲਿਸੀ ਬਣਾਈ ਹੈ ਕਿ ਅਸੀਂ 100 ਬਿਲਡਿੰਗਾਂ ਬਣਾਈਆਂ ਜਿਹੜੀਆਂ ਸਬਸਿਡਾਈਜ਼ ਨੇ, ਜਿਹੜੇ ਲੋਕੀ ਬਾਹਰੋਂ ਆਉਣਗੇ ਉਹਨਾਂ ਦੇ ਰਹਿਣ ਦਾ ਅਰੇਂਜਮੈਂਟ ਹੈਗਾ। ਫਿਰ ਅਸੀਂ ਕੰਪਲੇਂਟ ਇਹ ਕਰਨੇ ਆ ਕਿ ਇੱਕ ਘਰ 'ਚ 12 ਮੁੰਡੇ ਰਹਿ ਰਹੇ ਨੇ, 15 ਲੋਕ ਰਹਿ ਰਹੇ ਨੇ, ਉਹ ਕਿੱਥੇ ਜਾਣ? ਆਫਟਰ ਆਲ ਐਵਰੀਬਡੀ ਨੀਡਸ ਅ ਰੂਫ, ਕਿ ਜਿੱਥੇ ਉਹਨੇ ਸੌਣਾ ਹੈ ਜਾਂ ਜਿੱਥੇ ਰੋਟੀ ਪਾਣੀ ਖਾਣਾ ਹੈ। ਹੁਣ ਜਦੋਂ ਸਾਡੇ ਕੋਲ ਅਕੋਮੋਡੇਸ਼ਨ ਹੀ ਹੈ ਨਹੀਂ, ਪਹਿਲੀ ਗੱਲ ਤਾਂ ਸਾਨੂੰ ਆਪਣੇ ਫੈਡਰਲ ਲੈਵਲ 'ਤੇ ਸੋਚਣਾ ਚਾਹੀਦਾ ਕਿ ਇਨਫਰਾਸਟ੍ਰਕਚਰ ਸਾਡੇ ਕੋਲ ਹੈਗਾ ਕਿ ਅਸੀਂ ਇੰਨਾ ਇਮੀਗ੍ਰੈਂਟ ਲਿਆ ਰਹੇ ਹਾਂ। ਇਨਫਰਾਸਟ੍ਰਕਚਰ, ਹਸਪੀਟਲ ਦੀ ਗੱਲ ਕਰ ਲਈਏ, ਯੂਨੀਵਰਸਿਟੀ ਦੀ ਗੱਲ ਕਰ ਲਈਏ, ਕੁਛ ਨਹੀਂ ਹੈਗਾ ਸਾਡੇ ਕੋਲ। ਪਰ ਸਾਨੂੰ ਸਿਰਫ ਉਹਦੇ ਵਿੱਚ ਰੀਜ਼ਨ ਹੈ ਕਿ ਕੈਨੇਡੀਅਨ ਇਕੋਨਮੀ ਦੇ ਵਿੱਚ $20 ਬਿਲੀਅਨ, ਐਮ ਤੋਂ ਨਹੀਂ ਹੈ, B ਤੋਂ ਹੈ, ਬਿਲੀਅਨ, $20 ਬਿਲੀਅਨ ਬਾਹਰੋਂ ਆਉਂਦਾ ਹੈ, ਫਿਰ ਸਾਡੀ ਇਕੋਨਮੀ ਚੱਲਦੀ ਹੈ। ਔਰ ਉਸ ਇਕੋਨਮੀ ਨੂੰ ਚਲਾਉਣ ਲਈ ਅਸੀਂ ਲੋਕਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ, ਭਾਵੇਂ ਉਹ ਲਿਬਰਲ ਹੋਣ ਭਾਵੇਂ ਕੰਜ਼ਰਵੇਟਿਵ ਹੋਣ, ਕੌਣ ਓਵਰਨਾਈਟ ਤੇ ਸਟਰਕਚਰ ਨਹੀਂ ਚੇਂਜ ਹੁੰਦਾ। ਇਹ ਪਾਲਿਸੀਜ਼ ਲਿਆਉਂਦੇ ਕਈ ਸਾਲ ਲੱਗਦੇ ਆ। ਜੇ ਉਹਨਾਂ ਸਾਲਾਂ ਦੇ ਵਿੱਚ ਅਸੀਂ ਇਨਵੈਸਟਰ ਨੂੰ ਨਹੀਂ ਕਹਾਂਗੇ ਵੀ ਭਾਈ ਤੂੰ ਪ੍ਰਾਪਰਟੀ ਬਾਏ ਕਰ ਜਾਂ ਤੂੰ ਨਵੀਂ ਬਣਾ, ਉਹ ਕਿਉਂ ਬਣਾਏਗਾ? ਸੋ ਐਂਡ ਆਫ ਦੀ ਡੇ ਜੇ ਅੱਜ ਮੇਰੇ ਕੋਲ $1 ਮਿਲੀਅਨ ਮੇਰੇ ਆਪਣੇ ਘਰ ਪਿਆ ਹੋਵੇ, ਉਹ ਬਿਹਤਰ ਹੈ ਜਾਂ ਮੈਂ ਲੋਕਾਂ ਦੇ ਸਾਹਮਣੇ ਹੱਥ ਟੱਡ ਕੇ ਯਹੀ ਕਰਾਂ? ਸੋ ਦੈਟ ਇਜ਼ ਸਮਥਿੰਗ। ਔਰ ਮੈਂ ਸਮਝਦਾ ਕਿ ਜਿੰਨੇ ਵੀ ਲੈਂਡਲॉर्ड ਨੇ
ਉਹ ਕੋਈ ਵਾਇਲੇਸ਼ਨ ਨਹੀਂ ਕਰ ਰਹੇ, ਦੇ ਆਰ ਐਬਸੋਲੂਟਲੀ ਜਸਟੀਫਾਈਡ ਬਿਕਾਜ਼ ਦੇ ਹੈਵ ਇਨਵੈਸਟਡ ਮਨੀ। ਇਨਵੈਸਟਮੈਂਟ ਵੀ ਇੱਕ ਬਿਜ਼ਨਸ ਹੈ, ਤੇ ਜੇ ਮੈਨੂੰ ਬਿਜ਼ਨਸ 'ਚ ਮੇਰੀ ਆਪਣੀ ਰਿਟਰਨ ਵੀ ਨਾ ਨਿਕਲੇ, ਮੇਰੀ ਮੌਰਗੇਜ ਵੀ ਨਾ ਪੇ ਹੋਵੇ, ਔਰ ਨਾ ਤੁਹਾਡੇ ਕੋਲ ਕੋਈ ਲਾਅ ਹੋਏ ਜਿਹੜਾ ਸੁਣੇ ਤੁਹਾਨੂੰ ਪ੍ਰੋਟੈਕਟ ਕਰੇ। ਸੋ ਆਈ ਥਿੰਕ ਦਿਸ ਇਜ਼ ਸਮਥਿੰਗ ਵੈਰੀ ਵੈਰੀ ਮੱਚ ਔਨ ਟਾਪ ਜਿਹੜੀ ਕਿ ਸਾਨੂੰ ਐਡਰੈਸ ਕਰਨ ਦੀ ਲੋੜ ਹੈ। ਐਂਡ ਆਈ ਥਿੰਕ ਸਾਡੀ ਭਾਵੇਂ ਪ੍ਰੋਵਿੰਸ਼ੀਅਲ ਗਵਰਨਮੈਂਟ ਹੋਵੇ ਭਾਵੇਂ ਫੈਡਰਲ ਹੋਵੇ, ਦੇ ਸ਼ੁੱਡ ਵੇਕ ਅਪ ਐਂਡ ਡੂ ਸਮਥਿੰਗ ਫॉर ਅਸ। they should any kind of any level of government they should wake up and act on this। ਕਲਸੀ ਸਾਹਿਬ, ਆਹ ਸਾਰੇ ਤਾਂ ਇਸ਼ੂਜ਼ ਹੈਗੇ। ਲੈਂਡਲੋਰਡ, ਤੁਸੀਂ ਵੀ ਇੱਕ ਲੈਂਡਲੋਰਡ ਹੋ, ਹੋਰ ਵੀ ਬਹੁਤ ਲੈਂਡਲੋਰਡਸ ਹੈ, ਜਿੱਦਾਂ ਮੈਂ ਦੱਸਿਆ ਅਪਰੋਚ ਕੀਤਾ, ਉਹਨਾਂ ਦੇ ਵੱਖ-ਵੱਖ ਇਸ਼ੂਜ਼ ਹੈ। ਕੋਈ ਘਰ ਖਾਲੀ ਕਰ ਜਾਂਦਾ, ਇੰਨਾ ਗਾਰਬੇਜ ਸੁੱਟ ਕੇ ਜਾਂਦਾ ਹੈ ਕਿ ਲੈਂਡਲੋਰਡ ਨੂੰ ਕਲੀਨ ਕਰਾਉਣਾ ਪੈਂਦਾ, ਨਹੀਂ ਸੁਣੀ ਜਾਂਦੀ। ਡਿਫਾਲਟਰਸ ਜਿਹੜੇ ਟੈਨੈਂਟਸ ਹੈ, ਉਹਨਾਂ ਦੀ ਲਿਸਟ ਕਿਉਂ ਨਹੀਂ ਟੈਨੈਂਟ ਬੋਰਡ ਡਿਸਪਲੇ ਕਰਦਾ ਪ੍ਰਾਈਵੇਸੀ ਕਰਕੇ? ਹੋਣੀ ਚਾਹੀਦੀ ਹੈ। ਹੁਣ ਆਪਾਂ ਸੋਲੂਸ਼ਨਸ ਦੀ ਗੱਲ ਕਰੀਏ, ਕੀ ਚੇਂਜਸ ਟੈਨੈਂਟ ਬੋਰਡ ਨੂੰ ਕਰਨੇ ਚਾਹੀਦੇ? ਦੇਖੋ, ਸਭ ਤੋਂ ਪਹਿਲਾਂ ਜਿੰਨੀ ਦੇਰ ਤੁਸੀਂ ਕਿਸੇ ਨੂੰ ਕਾਲ ਆਊਟ ਨਹੀਂ ਕਰਦੇ, ਕਾਲ ਆਊਟ ਦਾ ਮਤਲਬ ਜਿੰਨੀ ਦੇਰ ਉਹਨੂੰ ਤੁਸੀਂ ਪੁਆਇੰਟ ਆਊਟ ਨਹੀਂ ਕਰਦੇ, ਉਹ ਤੇ ਉਹਨੇ ਮੂੰਹ ਖੂਨ ਲੱਗਾ, ਉਹ ਕਰੀ ਜਾਏਗਾ ਅੱਗੇ। ਸੋ ਇਹ ਜ਼ਰੂਰੀ ਚਾਹੀਦਾ ਹੈ, ਦੇयर ਸ਼ੁੱਡ ਬੀ ਅ ਵੈਬਸਾਈਟ ਕਿ ਜੇ ਮੇਰੇ ਨਾਲ ਕੋਈ ਧੱਕਾ ਹੋਇਆ ਹੈ, ਆਈ ਸ਼ੁੱਡ ਬੀ ਅਲਾਉਡ ਟੂ ਪੁੱਟ देयर ਇਨਫੋਰਮੇਸ਼ਨ ਔਨ ਦੈਟ ਵੈਬਸਾਈਟ, ਤਾਂ ਕਿ ਕੋਈ ਹੋਰ ਲੈਂਡਲੋਰਡ, ਦੇਖੋ ਅੱਜ ਕੱਲ੍ਹ ਲੈਂਡਲੋਰਡ ਫਿਰ ਵੀ ਬੜੀ ਕੋਸ਼ਿਸ਼ ਕਰਦੇ ਨੇ ਕਿ ਤੁਹਾਡਾ ਕ੍ਰੈਡਿਟ ਚੈੱਕ ਹੁੰਦਾ ਹੈ, ਤੁਹਾਡੇ ਕੋਲ ਰੈਫਰਲ ਚੈੱਕ ਕੀਤੇ ਜਾਂਦੇ, ਸਭ ਕੁਝ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਇੰਨੀ ਅਬਿਊਜ਼ ਹੈ। ਤੇ ਜਿੰਨੀ ਦੇਰ ਅਸੀਂ ਇਹਨਾਂ ਚੀਜ਼ਾਂ ਨੂੰ ਬਲੌਕ ਨਹੀਂ ਕਰਾਂਗੇ, ਯਾਨੀ ਇਹਨਾਂ ਨੂੰ ਡਿਸਕਰੇਜ ਨਹੀਂ ਕਰਾਂਗੇ, ਇਹ ਕੰਮ ਤੇ ਇੰਝ ਹੀ ਚੱਲਦੇ ਜਾਣੇ ਆ। ਕੀ ਹੋਏਗਾ ਕਿ ਮੰਨ ਲਓ ਮੈਂ ਤੁਹਾਡਾ ਟੈਨੈਂਟ ਹੈ ਨਾ, ਮੈਨੂੰ ਪਤਾ ਹੁਣ ਅਗਲੇ ਮਹੀਨੇ ਮੇਰੀ ਇਵਿਕਸ਼ਨ ਹੈ, ਮੈਂ ਇਵਿਕਸ਼ਨ ਤੋਂ ਪਹਿਲਾਂ ਕਿਤੇ ਹੋਰ ਜਾ ਕੇ ਪਹਿਲਾਂ ਜਗ੍ਹਾ ਲੈ ਲੈਣਾ। ਸੋ ਕਹਿਣ ਦਾ ਮਤਲਬ ਜਦੋਂ ਮੈਂ ਤੁਹਾਨੂੰ ਅਬਿਊਜ਼ ਕਰਕੇ ਨਿਕਲਿਆ, ਮੈਂ ਅਗਲੇ ਨੂੰ ਅਬਿਊਜ਼ ਕਰਨ ਲਈ ਫਿਰ ਖੜਾ। ਤਾਂ ਮੈਨੂੰ ਤਾਂ ਪਤਾ ਹੀ ਨਹੀਂ ਕਿ ਅੱਜ ਜਿਹੜਾ ਟੈਨੈਂਟ ਹੈ ਅਬਿਊਜ਼ ਪਹਿਲੇ ਖਰਾਬ ਕਰਕੇ ਆਇਆ ਤੇ ਮੈਨੂੰ ਵੀ ਕਰੂਗਾ। ਸੋ ਇਸ ਵਜ੍ਹਾ ਕਰਕੇ ਨਿਹਾਇਤ ਜ਼ਰੂਰੀ ਹੈ ਮੇਰੇ ਖਿਆਲ ਜਿਹੜੀ ਕਿ ਇਨਫੋਰਮੇਸ਼ਨ ਸ਼ੁੱਡ ਬੀ ਆਊਟ and there should be a platform ਜਿੱਥੇ ਅਸੀਂ ਜਾ ਕੇ ਇਨਫੋਰਮੇਸ਼ਨ ਨੂੰ ਪੋਸਟ ਕਰ ਸਕੀਏ। ਆ ਗਵਰਨਮੈਂਟ ਦਾ ਪਲੇਟਫਾਰਮ ਚਾਹੀਦਾ, ਕਿਉਂਕਿ ਅਗਰ ਪਰਸਨਲ ਤੁਸੀਂ ਲੈਂਡਲੋਰਡ ਹੋ, ਤੁਸੀਂ ਟੈਨੈਂਟ ਗਿਆ, ਉਹ ਪ੍ਰਾਈਵੇਸੀ ਐਕਟ ਦੇ ਅੰਡਰ ਉਹ ਵੀ ਨਹੀਂ ਕਰ ਸਕਦੇ। ਲੇਕਿਨ ਜਿਹੜਾ ਬੋਰਡ ਹੈ ਟੈਨੈਂਟ ਬੋਰਡ ਦਾ, ਲੈਂਡਲੋਰਡ ਟੈਨੈਂਟ ਬੋਰਡ, ਉਹ ਕਿਉਂ ਨਹੀਂ ਇੱਦਾਂ ਦੀ ਆਪਣੀ ਵੈਬਸਾਈਟ ਤੇ ਕਿ ਲੈਂਡਲੋਰਡ ਜਾਂ ਉਹ ਆਪ ਹੀ, ਉਹਨਾਂ ਕੋਲ ਕੇਸ ਚਲਾ ਗਿਆ, ਫਾਈਨਲ ਡਿਸੀਜਨ ਜੱਜ ਸਾਹਿਬ ਦਾ ਹੋ ਗਿਆ ਕਿ ਆਹ ਡਿਫਾਲਟਰ ਨਿਕਲਿਆ ਟੈਨੈਂਟ, ਸੋ ਉਹਦੀ ਇਨਫੋਰਮੇਸ਼ਨ ਉੱਥੇ ਡਿਸਪਲੇ ਕੀਤੀ ਜਾਏ। ਐਬਸੋਲੂਟਲੀ, ਜਿਸ ਤਰ੍ਹਾਂ ਐਕਵਾਫੈਕਸ ਹੈ, ਉਹ ਸਾਡਾ ਕ੍ਰੈਡਿਟ ਬਿਊਰੋ ਹੈ, ਸਾਡੇ ਕ੍ਰੈਡਿਟ ਨੂੰ ਚੈੱਕ ਕਰਦਾ ਹੈ। ਇਸੇ ਤਰ੍ਹਾਂ ਜੇ ਐਲਟੀਬੀ ਐਕਵਾਫੈਕਸ ਵਾਂਗੂ ਇੱਕ ਪਲੇਟਫਾਰਮ ਦੇ ਦੇ ਜਿਹਦੇ ਵਿੱਚ ਇਨਫੋਰਮੇਸ਼ਨ ਫੀਡ ਹੋ ਜਾਏ, ਔਰ ਉਹਨੇ ਤਾਂ ਜ਼ਿੰਦਗੀ ਉੱਥੇ ਰਹਿਣਾ ਹੈ। ਸੋ ਕਹਿਣ ਦਾ ਮਤਲਬ ਜੇ 10 ਸਾਲ ਬਾਅਦ ਵੀ ਤੁਸੀਂ ਇੱਕ ਵਾਰੀ ਮੇਰਾ ਬੈਕਗਰਾਉਂਡ ਚੈੱਕ ਕਰਨ ਲੱਗੋ, ਤੁਹਾਨੂੰ ਪਤਾ ਮਿਸਟਰ ਕਲਸੀ ਨੇ ਫਲਾਣੀ ਜਗ੍ਹਾ ਤੋਂ ਪੈਸੇ ਮਾਰੇ ਸੀਗੇ, ਉੱਥੋਂ ਪੈਸੇ ਮਾਰੇ ਸੀਗੇ, ਤੁਸੀਂ ਮੇਰੇ ਨੂੰ ਰੈਂਟ ਤੇ ਦੇਣ ਲੱਗੇ 20 ਵਾਰੀ ਸੋਚੋਗੇ। ਹੁਣ ਦੇਖੋ ਕੀ ਹੁੰਦਾ, ਅੱਜ ਦੀ ਡੇਟ 'ਚ ਕੀ ਹੋ ਰਿਹਾ ਹੈ, ਬਹੁਤ ਸਾਰੇ ਲੈਂਡਲੋਰਡ ਕਹਿੰਦੇ ਮੈਨੂੰ 6 ਮਹੀਨੇ ਦਾ ਐਡਵਾਂਸ ਚਾਹੀਦਾ। ਠੀਕ ਹੈ, ਕਿਉਂ ਚਾਹੇ? ਹੁਣ ਦੇਖੋ ਹੈ ਤੇ ਲੀਗਲੀ ਇਲੀਗਲ ਹੈ, ਯੂ ਕੈਨੋਟ ਆਸਕ ਇਵਨ ਫਸਟ ਐਂਡ ਲਾਸਟ। ਪਰ ਜੇ ਹੁਣ ਮੈਂ ਕਹਿੰਦਾ ਜੀ ਮੈਨੂੰ ਤੇ 6 ਮਹੀਨੇ ਦਾ ਰੈਂਟ ਚਾਹੀਦਾ, ਮੈਂ ਸਿਰਫ ਇਸ ਲਈ ਮੰਗ ਰਿਹਾ, ਮੇਰੇ ਕੋਲ ਕੋਈ ਤੇ ਸਿਕਿਉਰਿਟੀ ਹੋਵੇ। ਮੈਂ ਇਹ ਦੇਖਣਾ ਚਾਹੁੰਦਾ ਕਿ ਜੇ ਤੁਹਾਡਾ $3000 ਮਹੀਨੇ ਦਾ ਰੈਂਟ ਹੈ, 6 18,000 ਦੇਣ ਦੀ ਤੁਹਾਡੀ ਕਪੈਸਿਟੀ ਹੈਗੀ ਹੈ। ਜੇ ਤੁਹਾਡੀ ਕੋਲ ਉਹ ਵੀ ਕਪੈਸਿਟੀ ਨਹੀਂ, ਤੁਸੀਂ ਕ੍ਰੈਡਿਟ ਕਾਰਡ ਤੋਂ ਚੁੱਕ ਕੇ ਮੈਨੂੰ 2 ਮਹੀਨੇ ਦੇ ਪੈਸੇ ਦਿੱਤੇ ਹੈ, ਤੇ ਉਹ ਤੇ ਕੰਮ ਖਰਾਬ ਹੋ ਗਿਆ। ਬਟ ਕਲਸੀ ਸਾਹਿਬ, ਜਿੱਦਾਂ ਦੇਖੀਏ ਕਿ ਬਾਕੀ ਕੰਟਰੀਆਂ 'ਚ, ਆਪਾਂ ਇੰਡੀਆ ਦੀ ਗੱਲ ਕਰੀਏ, ਚੈੱਕ ਤੁਹਾਡਾ ਬਾਉਂਸ ਹੋ ਜਾਂਦਾ, NFS ਹੋ ਜਾਂਦਾ, ਤੁਹਾਨੂੰ ਪਨਿਸ਼ਮੈਂਟ ਬਹੁਤ ਸੀਵੀਅਰ ਹੈ। ਇੱਥੇ ਤਾਂ ਅਗਰ ਚੈੱਕ ਵੀ ਬਾਉਂਸ ਹੋ ਜਾਏ ਤਾਂ ਕੁਛ ਨਹੀਂ, ਜਿਹਨੇ ਪੇਮੈਂਟ ਲੈਣੀ ਹੈ ਚੈੱਕ ਲਿਖੀ ਜਾਓ, ਬਾਉਂਸ ਹੋਈ ਜਾਏ, NSF ਹੋਈ ਜਾਏ, ਯੂ ਕੈਨੋਟ ਡੂ ਐਨੀਥਿੰਗ। ਨਹੀਂ ਕਰ ਸਕਦੇ। ਪਰ ਦੂਸਰੇ ਬੰਨੇ ਲਾਅ ਇੱਥੇ ਵੈਸੇ, ਜੇ ਮੈਂ ਕਲੈਰੀਫਾਈ ਕਰਾਂ ਲਾਅ ਨੂੰ, ਲਾਅ ਇਹੋ ਹੀ ਕਹਿੰਦਾ ਕਿ ਜੇ ਤੁਸੀਂ ਇੱਕ ਚੈੱਕ ਲਿਖਿਆ ਹੋਇਆ ਉਹ ਬਾਉਂਸ ਹੁੰਦਾ ਹੈ, ਇਟਸ ਕੰਸੀਡਰਡ ਟੂ ਬੀ ਫਰਾਡ। ਬਟ ਅਗੇਨ ਗੱਲ ਤੇ ਹੈਗੀ ਇੰਪਲੀਮੈਂਟੇਸ਼ਨ ਦੀ। ਕਿਤਾਬ 'ਚ ਅਸੀਂ ਬਹੁਤ ਸਾਰੇ ਕਾਨੂੰਨ ਲਿਖ ਸਕਦੇ ਹਾਂ। ਅੱਛਾ, ਸਾਡੀ ਲਾਅ ਹੈਗਾ ਅਗਰ ਚੈੱਕ ਕਿਸੇ ਦਾ NSF ਬਾਉਂਸ ਹੁੰਦਾ ਹੈ, ਇਟਸ ਅ ਫਰਾਡ, ਸੋ ਮੀਨਸ ਦੇ ਕੈਨ ਬੀ ਪਨਿਸ਼ਡ। ਐਬਸੋਲੂਟਲੀ, ਦੇ ਸ਼ੁੱਡ ਬੀ ਪਨਿਸ਼ਡ। ਬਟ ਇਹਨੂੰ ਕੀ ਹੈ ਕਿ ਕੀ ਅਸੀਂ ਇਹਨੂੰ ਇੰਪਲੀਮੈਂਟ ਕਰ ਸਕਦੇ ਹਾਂ ਇਸ ਲਾਅ ਨੂੰ? ਨੋ, ਇੰਪਲੀਮੈਂਟੇਸ਼ਨ ਨਹੀਂ ਹੈਗੀ। ਹੁਣ ਫॉर ਐਗਜ਼ਾਮਪਲ ਤੁਸੀਂ ਸਟੇ ਹੋਮ ਦੇ ਆਰਡਰ ਕੱਢੇ, ਠੀਕ ਹੈ, ਫੋਰਡ ਸਾਹਿਬ ਨੇ ਕੱਢੇ, ਸਭ ਕੁਝ ਇਟਸ ਵੈਰੀ ਗੁੱਡ। ਪਰ ਤੁਸੀਂ ਮੈਨੂੰ ਇਹ ਸਮਝਾਓ, ਨਾਰਥ ਵੱਲ ਸਾਡੇ ਕੋਲ ਅਰੋੜਾ ਹੈ, ਸਾਊਥ ਵੱਲ ਡਾਊਨਟਾਊਨ ਹੈ, ਲੈਫਟ ਵੱਲ ਔਸ਼ਵਾ ਹੈ, ਤੇ ਸੱਜੇ ਬੰਨੇ ਸਾਡੇ ਕੋਲ ਬਰਲਿੰਗਟਨ ਤੱਕ ਹੈ। ਹੁਣ ਇਹ ਇੱਕ ਕੇਕ ਹੈ ਪੂਰਾ। ਹਾਊ ਕੈਨ ਯੂ ਕੱਟ ਦਿਸ ਇਨਟੂ ਪੀਸਿਸ ਕਿ ਤੁਸੀਂ ਵਾਹਨ 'ਚ ਨਹੀਂ ਜਾ ਸਕਦੇ, ਉੱਧਰ ਜਾ ਸਕਦੇ ਹੋ, ਉੱਧਰ ਨਹੀਂ ਜਾ ਸਕਦੇ, ਉੱਧਰ ਜਾ ਸਕਦੇ ਹੋ? ਮੇਰਾ ਕੁਐਸਚਨ ਉਹਨਾਂ ਨੂੰ ਹੈ ਜਿਹੜੇ ਕਿ ਇਹ ਐਡਮਿਨਿਸਟ੍ਰੇਸ਼ਨ ਚਲਾ ਰਹੇ ਨੇ, ਕਿ ਜਦੋਂ ਤੁਸੀਂ ਇਹ ਫੈਸਲੇ ਕਰਦੇ ਹੋ, ਕਿਸ ਬੇਸ ਤੇ ਕਰਦੇ ਹੋ? ਦੂਸਰੇ ਬੰਨੇ ਤੁਸੀਂ ਇਹ ਕਿਹਾ ਸਟੇ ਹੋਮ, ਪੁਲਿਸ ਆਫਸਰ ਕੋ ਕੋਈ ਅਥਾਰਟੀ ਨਹੀਂ ਹੈ ਕਿ ਤੁਹਾਨੂੰ ਰੋਕ ਕੇ ਪੁੱਛ ਸਕੇ ਕਿ ਭਾਈ ਤੂੰ ਕਿੱਧਰ ਚੱਲਣਾ ਹੈ। ਆ ਤਾਂ ਫੈਡਰਲ ਲੈਵਲ ਤੇ ਵੀ ਪੀਅਰਸਨ 에ਅਰਪੋਰਟ ਤੇ ਵੀ ਹੋਇਆ ਕਿ ਤੁਸੀਂ ਮੈਂਡੇਟਰੀ ਉੱਥੇ ਟੈਸਟਿੰਗ ਔਰ ਉਹ ਮਾਸਕ ਕਰਤਾ ਹੋਟਲ ਕੁਆਰੰਟਾਈਨ, ਲੇਕਿਨ ਉੱਥੇ ਕਹਿੰਦੇ ਕਿ ਲੋਕ ਕਹਿੰਦੇ ਸਾਡਾ ਚਾਰਟਰ ਆਫ ਰਾਈਟ ਖਰਾਬ ਹੋ ਗਿਆ, ਔਰ ਲਾਇਰਸ ਕਰਤੇ, ਹੁਣ ਉਹਦੇ ਤੇ ਵੀ ਲੀਗਲ ਇੱਕ ਬੈਟਲ ਸ਼ੁਰੂ ਹੋ ਗਈ ਹੈ। ਹੁਣ ਪੁਆਇੰਟ ਇਹ ਵੀ ਆ ਗਿਆ ਨਾ, ਕਿਉਂਕਿ ਜਦੋਂ ਤੁਹਾਡੇ ਸਿਸਟਮ ਦੇ ਵਿੱਚ ਲੂਪ ਹੋਲਸ ਹੋਣ, ਉਹ ਲੂਪ ਹੋਲਸ ਨੂੰ ਜਿਹੜੇ ਲੋਕੀ ਅਬਿਊਜ਼ ਕਰਨ ਵਾਲੇ ਉਹ ਕਰਦੇ ਨੇ। ਪਿੱਛੇ ਜੇ ਸੋਸ਼ਲ ਮੀਡੀਆ 'ਤੇ ਤੁਸੀਂ ਦੇਖਿਆ ਹੋਣਾ, 에ਅਰਪੋਰਟ ਤੋਂ ਉਤਰੇ, ਉਹ ਕਹਿੰਦੇ ਆਈ ਡੋਂਟ ਵਾਂਟ ਟੂ ਗੈਟ ਅ ਟੈਸਟ, ਔਰ ਉਹ ਪੁਲਿਸ ਅਫਸਰ ਕਹਿੰਦਾ ਓਕੇ ਯੂ ਕੈਨ ਗੋ,
ਤੇ ਉੱਥੇ 에어ਪੋਰਟ ਤੇ ਉਹਨਾਂ ਨੂੰ ਜਵਾਬ ਹੈ ਤੁਹਾਡੇ ਕੋਲ ਹੈਫਟੀ ਫਾਈਨ ਘਰ ਆ ਜਾਊਗੇ, ਕਿਉਂਕਿ ਉੱਥੇ ਕੋਈ ਫਾਈਨ ਵੀ ਇਸ਼ੂ ਨਹੀਂ ਕੀਤੇ ਔਰ ਗਏ। ਸੈਕੰਡਲੀ ਉੱਥੇ ਜਿਹੜੀਆਂ ਟਿਕਟਾਂ ਇਸ਼ੂ ਵੀ ਹੋਈਆਂ ਉਹ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀਗਾ, ਉਹਨਾਂ ਨੇ ਕਿਹਾ ਕਿ ਸਾਡੇ ਕਾਨੂੰਨ ਦੇ ਵਿੱਚ ਕੋਈ ਇਸ ਟਿਕਟ ਨੂੰ ਫਾਈਟ ਕਰਨ ਦਾ ਤਰੀਕਾ ਹੀ ਨਹੀਂ, ਇਹਨੂੰ ਉਹਨਾਂ ਨੂੰ ਕੱਲ ਨੂੰ ਸੁੱਟਣਾ ਪੈਣਾ। ਇਟਸ ਜਸਟ ਲਾਈਕ ਸਰਬ। ਜਦੋਂ ਸਰਬ ਆਈ ਸੀਗੀ ਅੱਜ ਦੀ ਡੇਟ 'ਚ, ਸਰਬ ਆਉਣ ਤੋਂ ਬਾਅਦ ਲੋਕਾਂ ਨੇ ਪੈਸੇ ਲਏ। ਉਸ ਤੋਂ ਬਾਅਦ ਜਦੋਂ ਗਵਰਨਮੈਂਟ ਨੂੰ ਪਤਾ ਲੱਗਾ ਕਿ ਸਾਡੀ ਗਲਤੀ ਸੀਗੀ, ਉਹਨਾਂ ਨੇ ਉਹਨੂੰ ਮਾਫ ਕਰਤਾ। ਹੁਣ ਤੁਸੀਂ ਮੈਨੂੰ ਇਹ ਸਮਝਾਓ, ਇਜ਼ ਇਟ ਰਾਈਟ? ਨੋ, ਇਟਸ ਨਾਟ ਰਾਈਟ। ਹਰ ਇੱਕ ਬੰਦੇ ਨਾਲ ਈਵਨ ਸਾਰੀ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ, ਔਰ ਗਵਰਨਮੈਂਟ ਵੀ ਰਿਸਪਾਂਸਿਬਲ ਹੋਣੀ ਚਾਹੀਦੀ ਹੈ, ਦੇ ਸ਼ੁੱਡ ਬੀ ਕੁਐਸਚਨ ਫॉर दैट, ਅਕਾਊਂਟੇਬਲ ਹੋਣੀ ਚਾਹੀਦੀ ਹੈ, ਰਿਸਪਾਂਸਿਬਲ। ਜਦ ਉਹਨਾਂ ਦੀ ਗਲਤੀ ਹੈ ਤੇ ਉਹ ਸਰਬ ਮਾਫ ਕਿਉਂ ਕੀਤਾ ਗਿਆ, ਉਦੋਂ ਵਾਪਸ ਕਿਉਂ ਨਹੀਂ ਲਿੱਤਾ ਗਿਆ? ਬਿਲਕੁਲ। ਇਹ ਮੇਰੀ ਵੀ ਇੱਕ ਦੋ ਪੋਸਟ ਸੀਗੀਆਂ ਮੈਂ ਕੀਤੀਆਂ, ਲੋਕਾਂ ਨੇ ਮੈਨੂੰ ਕੁਐਸਚਨ ਕੀਤਾ, ਮੈਂ ਕਿਹਾ ਓਕੇ ਵੇਟ ਐਂਡ ਸੀ ਨਾਓ ਵਾਟ ਹੈਪਨਸ। ਹੁਣ ਜਿਹੜੇ ਤੇ ਵੇਟ ਐਂਡ ਸੀ ਕਰਦੇ ਰਹੇ ਉਹ ਤੇ ਵਿਚਾਰੇ ਫਾਇਦੇ 'ਚ ਰਹੇ, ਉਹਨਾਂ ਨੂੰ ਪੈਸੇ ਨਹੀਂ ਦੇਣੇ ਪਏ। ਜਿਹੜੇ ਕੁਝ ਸ਼ਰੀਫ ਸੀਗੇ ਜਿਨ੍ਹਾਂ ਨੇ ਸਮਝਿਆ ਨੋ ਮੇਰੇ ਕੋਲ ਗਲਤੀ ਹੋ ਗਈ, ਉਹਨਾਂ ਨੇ ਦੇਤੇ, ਉਹਨਾਂ ਨੂੰ ਵਾਪਸ ਨਹੀਂ ਆਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਨੀਡ ਟੂ ਕ੍ਰੀਏਟ ਅ ਬੈਲੈਂਸ, ਔਰ ਇਹਦੇ ਲਈ ਮੈਂ ਜਿੱਥੋਂ ਤੱਕ ਮੈਂ ਸਮਝਣਾ ਐਨਾਲਾਈਜ਼ ਕਰਕੇ ਕਿ ਵਾਟ ਇਜ਼ ਮੋਸਟ ਇੰਪੋਰਟੈਂਟ। ਤੁਸੀਂ ਅੱਜ ਪ੍ਰੀਮੀਅਰ ਹੋ ਜਾਂ ਤੁਸੀਂ ਆਪਣੇ 4-5 ਬੰਦਿਆਂ ਨੇ ਡਿਸੀਜਨ ਲਿਆ ਕਰਨੇ ਚਾਹੀਦੇ ਆ। ਦੇयर ਸ਼ੁੱਡ ਬੀ ਅ ਪੈਨਲ ਸਿਟਿੰਗ ਇਨ ਫਰੰਟ ਆਫ ਯੂ ਜਿਹੜੇ ਤੁਹਾਡੇ ਡਿਸੀਜਨ ਨੂੰ ਰਿਵਿਊ ਕਰੇ ਕਿ ਇਹਦੀ ਬੈਕਲੈਸ਼ ਕੀ ਹੈ, ਕਿ ਇਹ ਕਿਸ ਤਰ੍ਹਾਂ ਇੰਪਲੀਮੈਂਟ ਹੋਏਗਾ, ਕਿਵੇਂ ਚੱਲੇਗਾ। ਉਹ ਪੈਨਲ ਫਿਰ ਤੁਹਾਨੂੰ ਕਹਿੰਦਾ ਹੈ ਕਿ ਦੇਖੋ ਸਰ ਆ ਜਿਹੜੇ ਤੁਸੀਂ ਆਰਡਰ ਪਾਸ ਕਰ ਰਹੇ ਹੋ ਇਹਨਾਂ ਦੇ ਵਿੱਚ ਇਹ ਕਮੀਆਂ ਹੈ, ਔਰ ਤੁਸੀਂ ਉਹ ਕਮੀਆਂ ਨੂੰ ਪਹਿਲਾਂ ਐਡਰੈਸ ਕਰਕੇ ਫਿਰ ਬਾਹਰ ਕੱਢੋ ਉਹਨਾਂ ਨੂੰ। ਕਲਸੀ ਦਾ ਬਹੁਤ ਅੱਛਾ ਪੁਆਇੰਟ ਕੀਤਾ ਹੈ। ਇਹਦੇ ਤੇ ਮੈਨੂੰ ਯਾਦ ਆ ਗਿਆ ਕਿ ਜਦ ਲਾਇਸੈਂਸ ਪਲੇਟ ਵੀ ਨਵੀਆਂ ਇੱਥੇ ਓਨਟਾਰੀਓ 'ਚ ਡਿਸੀਜਨ ਲਿੱਤਾ ਗਿਆ ਸੀਗਾ, ਉਹ ਲੱਗ ਗਈਆਂ, ਲੋਕਾਂ ਨੇ ਬਾਏ ਕਰ ਲੀਆਂ, ਉਹਦੇ ਬਾਅਦ ਦੇਖਿਆ ਉਹ 'ਚ ਤਾਂ ਇਸ਼ੂਜ਼ ਹੈ, ਬਹੁਤ ਪ੍ਰੋਬਲਮਸ ਹੈ, ਤੇ ਉਹ ਡਿਸੀਜਨ ਵਾਪਸ ਲਿੱਤਾ ਗਿਆ ਕਿ ਲੋੜ ਨਹੀਂ ਹੈ, ਬਟ ਲੋਕਾਂ ਦੇ ਪੈਸੇ ਉਹਦੇ 'ਚ ਲੱਗ ਗਏ ਸੀ। ਐਬਸੋਲੂਟਲੀ। ਸੋ ਇਹੋ ਹੀ ਚੀਜ਼ਾਂ ਹੈ ਜਿਹੜੀਆਂ, ਸੋ ਸਾਨੂੰ ਇੱਕ ਵਾਚਡੌਗ ਚਾਹੀਦਾ ਹਰ ਬੋਰਡ ਦੇ ਉੱਪਰ ਕਿ ਜਿਹੜਾ ਉਹਨੂੰ ਐਨਾਲਾਈਜ਼ ਕਰੇ ਕਿ ਜੋ ਤੁਸੀਂ ਕਰ ਰਹੇ ਹੋ ਇਹ ਕਹਿਣਾ ਤੇ ਸੌਖਾ ਲੱਗਦਾ ਹੈ ਔਰ ਪਰ ਅੱਛਾ ਵੀ ਲੱਗਦਾ ਹੈ, ਇਜ਼ ਇਟ ਪੋਸੀਬਲ? ਜੇ ਪੋਸੀਬਲ ਨਹੀਂ ਹੈ ਤੇ ਸਾਡੇ ਕਾਨੂੰਨ 'ਚ ਕਿਹੜੀ ਕਮੀ ਹੈ ਜਿਹਦੇ ਕਰਕੇ ਅਸੀਂ ਮਾਰ ਖਾ ਜਾਾਂਗੇ। ਠੀਕ ਹੈ ਕਲਸੀ ਸਾਹਿਬ, ਥੈਂਕ ਯੂ ਵੈਰੀ ਮੱਚ। ਸਾਡਾ ਟਾਈਮ ਓਵਰ ਹੋ ਗਿਆ। ਜੀ। ਜਿਹੜਾ ਮੁੱਦਾ ਅਸੀਂ, ਕਿਉਂਕਿ ਮੁੱਦਾ ਹੀ ਬਹੁਤ ਹੈ ਤੇ ਤੁਸੀਂ ਇੱਕ ਤੋਂ ਇੱਕ ਦੂਜੇ ਮੁੱਦੇ ਵੱਲ ਚੱਲ ਜਾਂਦੇ। ਜਿਹੜਾ ਮੁੱਦਾ ਅੱਜ ਦਾ ਸਾਡਾ ਸੀਗਾ ਲੈਂਡਲੋਰਡ ਟੈਨੈਂਟ ਦਾ, ਉਹਦੇ ਤੇ ਤੁਸੀਂ ਬੜੇ ਅੱਛੇ ਪੁਆਇੰਟ ਰੱਖੇ, ਸੁਜੈਸ਼ਨਸ ਵੀ ਰੱਖੇ। ਅਸੀਂ ਵੀ ਰੀਚ ਕਰਾਂਗੇ ਲੈਂਡਲੋਰਡ ਟੈਨੈਂਟ ਬੋਰਡ ਨੂੰ ਵੀ, ਮਿਨਿਸਟਰ ਕਲਾਰਕ ਨੂੰ ਵੀ, ਕਿ ਜਿਹੜੇ ਆਹ ਮੁੱਦੇ ਹੈ ਇਹਦੇ 'ਚ ਲੈਂਡਲੋਰਡ ਦਾ ਵੀ ਫੇਵਰ ਦੇਖਿਆ ਜਾਏ, ਉਹਨਾਂ ਦੇ ਜਿਹੜੇ ਰਾਈਟਸ ਹੈ, ਜਿਹੜੇ ਜੈਨੂਇਨ ਰਾਈਟਸ ਹੈ, ਉਹਨਾਂ ਨੂੰ ਮਿਲਣ। ਸੋ ਐਂਡ 'ਚ ਤੁਸੀਂ ਕੀ ਕਹੋਗੇ? ਮੈਂ ਸਿਰਫ ਇਹੀ ਕਹਿਣਾ ਚਾਹਾਂਗਾ, ਮੈਂ ਆਪਣੀ ਗਵਰਨਮੈਂਟ ਨੂੰ ਕਹਿਣਾ ਚਾਹਾਂਗਾ, ਭਾਵੇਂ ਉਹ ਫੈਡਰਲ ਹੈ ਪ੍ਰੋਵਿੰਸ਼ੀਅਲ ਹੈ, ਯੂ ਗਾਇਜ਼ ਆਰ ਡੂਇੰਗ ਅ ਵੰਡਰਫੁਲ ਜੌਬ, ਪਰ ਤੁਹਾਨੂੰ ਉਹ ਜੌਬ ਨੂੰ ਇੰਪਲੀਮੈਂਟ ਕਰਨਾ ਨਹੀਂ ਆਉਂਦਾ ਔਰ ਤੁਸੀਂ ਤਰੀਕੇ ਨਾਲ ਨਹੀਂ ਕਰ ਰਹੇ। ਐਂਡ ਦੈਟ ਇਜ਼ ਦ ਬਿਗੇਸਟ ਰੀਜ਼ਨ ਕਿ ਅਸੀਂ ਕਿਉਂ ਕੁਛ ਹੈ ਜੋ ਵੀ ਹੋ ਰਿਹਾ ਅੱਜ ਕਿਉਂ ਹੋ ਰਿਹਾ, ਕਿਉਂਕਿ ਜਿੰਨਾ ਮਰਜ਼ੀ ਤੁਸੀਂ ਬਿਲੀਅਨਸ ਆਫ ਡਾਲਰਸ ਬਾਹਰ ਸੁੱਟੀ ਜਾਓ, ਤੁਹਾਡੇ ਕੋਲ ਬਾਹਰ ਜੌਬਾਂ ਨਹੀਂ ਹੈਗੀਆਂ। ਸੋ ਕੀਪ ਇਨ ਮਾਈਂਡ, ਜਿੱਦਣ ਤੁਸੀਂ ਪੈਸੇ ਬੰਦ ਕਰੋਗੇ ਔਰ ਮੈਂ ਆਪਣੀ ਜੌਬ ਲੱਭਣ ਜਾਵਾਂਗਾ, ਮੈਨੂੰ ਜੌਬ ਨਹੀਂ ਮਿਲੇਗੀ, ਜਸਟ ਇਮੈਜਿਨ ਉਦੋਂ ਮੇਰਾ ਕੀ ਹਾਲ ਹੋਏਗਾ। ਸੋ ਤੁਸੀਂ ਮੈਨੂੰ ਹੈਂਡੀਕੈਪ ਕਰਤਾ ਘਰ ਬਿਠਾ ਕੇ, ਬਟ ਨਾਓ ਯੂ ਨੀਡ ਟੂ ਵੇਕ ਅਪ ਐਂਡ ਗਿਵ ਅਸ ਅ ਪ੍ਰੋਗਰਾਮ how you're going to support me, how you're going to support my family. ਠੀਕ ਹੈ ਕਲਸੀ ਸਾਹਿਬ, ਬਹੁਤ ਅੱਛਾ ਲੱਗਿਆ ਗੱਲਬਾਤ ਕਰਕੇ। Thank you ਜੀ, thank you। ਸੋ ਆ ਸੀਗੇ ਮਿਸਟਰ ਕਲਸੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਲੈਂਡਲੋਰਡ ਟੈਨੈਂਟ ਦੇ ਡਿਸਪਿਊਟ ਤੇ, ਸੋਲੂਸ਼ਨਸ ਵੀ ਦੱਸੇ ਆ, ਹੋਰ ਵੀ ਮੁੱਦੇ ਉਹਦੇ 'ਚ ਜਿੱਦਾਂ ਸਰਬ ਔਰ ਬਾਕੀ ਗੱਲਾਂ ਵੀ ਕੀਤੀਆਂ। ਸੋ ਅਸੀਂ ਹੋਰ ਕਿਸੇ ਮੁੱਦੇ ਨਾਲ ਫਿਰ ਉਹਨਾਂ ਨਾਲ ਜਲਦ ਜੁਆਇਨ ਕਰਾਂਗੇ, ਫਿਰ ਕਿਸੇ ਨਾਲ, ਤਾਂ ਕਿ ਜਿਹੜੀ ਸਾਡੀ ਫੈਮਿਲੀ ਹੈ, ਜਿਹੜੇ ਸੁਣਦੇ ਆ ਸਾਰਾ ਪ੍ਰੋਗਰਾਮ, ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲ ਸਕੇ। ਅਸੀਂ ਫਿਰ ਕਿਸੇ ਗੈਸਟ ਨਾਲ ਤੁਹਾਡੇ ਰੂਬਰੂ ਜਲਦ ਹੋਵਾਂਗੇ। ਤਦ ਤੱਕ ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।